ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਜੁੜ ਬੈਠੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ। ਜਿਨ ਕੇ ਭਾਗ ਬੜੇ ਹੈ ਭਾਈ, ਤਿਨ ਸਾਧੂ ਸੰਗ ਮੁਖ ਜੁਰੇ। ਪਿਛਲੇ ਪਹਿਰਾਂ ਦੇ ਦੀਵਾਨਾਂ 'ਚ ਹਾਜ਼ਰੀਆਂ ਭਰ ਕੇ ਸਤਿਗੁਰੂ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਤਸ਼ਾਹ ਦੀਆਂ ਪਾਵਨ ਅੰਮ੍ਰਿਤ ਖੁਸ਼ੀਆਂ ਪ੍ਰਾਪਤ ਕਰ ਰਹੇ। ਅੱਜ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ, नाम का अजीत हूँ, जीता न जाऊंगा, जीता गया अगर तो जीता नहीं आऊंगा। कलगीधर पातशाह दे फरजंद महाराज जी दे लखते जिगर साहिबजादा बाबा अजीत सिंह जी दा अज दे दिन श्री पाउंटा साहब दी पावन पवित्र धरती ते सत्कारयोग माता सुंदरी जी दे उदर तो कलगीधर पातशाह दे गृह विखे होया। कलगियां वाले पातशाह ने आप खुद अपने साहिबजादे दा नामकरण कीता, नाम रखिया अजीत सिंह। ऐसे महान तत्ववेता, सूरमे, योधे, तपस्वी साहिबजादा बाबा अजीत सिंह साहब जी दे पवित्र पावन जन्म दिहाड़े दियां समूह गुरु कीਆਂ ਸਾਜੀਆਂ ਨਵਾਜੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਸਾਕਾ ਆਪ ਜੀ ਸਰਵਣ ਕਰ ਰਹੇ ਹੋ। ਸਰਹੰਦ ਦੀ ਧਰਤੀ ਤੇ ਸਾਹਿਬਜ਼ਾਦਿਆਂ ਦੀ ਪੇਸ਼ੀ ਹੋਈ ਹੈ। ਸੂਬੇ ਸਰਹੰਦ ਦੀ ਕਚਹਿਰੀ 'ਚ ਬਚਨ ਬਿਲਾਸ ਹੋਏ ਨੇ। ਬੜੇ ਬੜੇ ਲਾਲਚ ਲੁਭਾਵਣੇ ਦਿੱਤੇ ਗਏ ਸਾਹਿਬਜ਼ਾਦਿਆਂ ਨੂੰ ਔਰ ਕਿਹਾ ਗਿਆ ਇਸਲਾਮ ਕਬੂਲ ਕਰ ਲਓ, ਪਰ ਬੜੀ ਨਿਡਰਤਾ ਤੇ ਨਿਰਭੈਤਾ ਨਾਲ ਸਾਹਿਬ ਜੋਰਾਵਰ ਸਿੰਘ ਜੀ, ਸਾਹਿਬ ਬਾਬਾ ਫਤਿਹ ਸਿੰਘ ਜੀ ਨੇ ਜਵਾਬ ਦਿੱਤਾ ਔਰ ਜਵਾਬ ਦੇ ਕਰਕੇ ਆਪਣੇ ਸਵੈ ਧਰਮ ਦੇ ਵਿੱਚ ਪਰ ਪੱਕਿਆਂ ਰਹਿ ਕੇ ਆਪਣਾ ਆਪ ਨਿਛਾਵਰ ਕਰ ਦੇਣ ਦਾ ਬਚਨ ਕਿਹਾ। ਅਨੇਕ ਪ੍ਰਕਾਰ ਦੇ ਤਸੀਹੇ ਦੇ ਕੇ ਨੀਹਾਂ 'ਚ ਚਿਣਦਿਆਂ ਸਾਹਿਬਜ਼ਾਦਿਆਂ ਦੇ ਸੀਸ ਉਹਨਾਂ ਦੇ ਧੜ ਤੋਂ ਵੱਖਰੇ ਕਰਕੇ ਸ਼ਹੀਦ ਕੀਤਾ ਗਿਆ। ਪੂਰੇ ਸਰਹੰਦ ਸ਼ਹਿਰ ਦੇ ਵਿੱਚ ਹਾਹਾਕਾਰ ਮਚ ਗਈ, ਪਰ ਦੇਵ ਲੋਕ ਦੇ ਵਿੱਚ ਜੈ ਜੈਕਾਰ ਦਾ ਨਾਦ ਗੂੰਜ ਰਿਹਾ ਹੈ। ਆਪਣੇ ਸਿੱਖੀ ਵਿੱਚ ਪੱਕਿਆਂ ਰਹਿੰਦਿਆਂ ਇਹ ਕਹਿੰਦਿਆਂ ਕਿ ਸਾਡੇ ਬੰਸ ਵਿੱਚ ਮਰਿਆਦਾ ਚੱਲਦੀ ਆਈ ਹੈ ਕਿ ਸੀਸ ਚਲਾ ਜਾਏ ਪਰ ਧਰਮ ਨਾ ਜਾਵੇ। ਇਹਦੇ ਤੇ ਪਹਿਰਾ ਦਿੰਦਿਆਂ ਸਾਹਿਬਜ਼ਾਦਿਆਂ ਨੇ ਸ਼ਹਾਦਤ ਦਾ ਜਾਮ ਪ੍ਰਾਪਤ ਕੀਤਾ। ਦੀਵਾਨ ਟੋਡਰ ਮੱਲ ਜੀ ਜਿਸ ਵੇਲੇ ਸਾਹਿਬਜ਼ਾਦਿਆਂ ਦੀਆਂ ਪੇਸ਼ੀਆਂ ਹੋ ਰਹੀਆਂ ਸਨ, ਸੁਭਾਵਕ ਕਿਤੇ ਬਾਹਰ ਸਨ। ਜਦੋਂ ਆਏ ਪਤਾ ਲੱਗਾ ਸਾਹਿਬਜ਼ਾਦੇ ਸ਼ਹੀਦ ਹੋ ਗਏ ਨੇ, ਬੜਾ ਅਫਸੋਸ ਹੋਇਆ ਕਿ ਜੇ ਮੈਂ ਪਹਿਲਾਂ ਆ ਜਾਂਦਾ, ਆਪਣੇ ਘਰ ਘਾਟ ਦੀਆਂ ਸਾਰੀਆਂ ਵਸਤੂਆਂ ਇਹਨਾਂ ਮਲੇਛਾਂ ਨੂੰ ਦੇ ਕਰਕੇ ਮੈਂ ਸਾਹਿਬਜ਼ਾਦਿਆਂ ਨੂੰ ਛੁਡਾ ਲੈਂਦਾ। ਦੀਵਾਨ ਟੋਡਰ ਮੱਲ ਜੀ ਦਾ ਮਨ ਬੜਾ ਵੈਰਾਗਮਈ ਹੈ। ਉਧਰ ਠੰਡੇ ਬੁਰਜ ਵਿੱਚ ਬੈਠੇ ਮਾਤਾ ਗੁਜਰੀ ਜੀ ਉਡੀਕ ਕਰ ਰਹੇ ਹਨ, ਕਿਉਂਕਿ ਪਹਿਲੇ 2 ਦਿਨਾਂ ਦੇ ਦੌਰਾਨ ਸਾਹਿਬਜ਼ਾਦੇ ਪਰਤ ਆਏ ਸਨ। ਅੱਜ ਤੀਸਰੇ ਦਿਨ ਵੀ ਉਡੀਕ ਸੀ, ਪਰ ਸਾਹਿਬਜ਼ਾਦੇ ਵਾਪਸ ਨਹੀਂ ਆਏ। ਆਓ ਸਤਿਕਾਰਯੋਗ ਮਾਤਾ ਗੁਜਰੀ ਜੀ ਵੀ ਆਪਣਾ ਤਨ ਤਿਆਗ ਰਹੇ ਹਨ। ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦੇ ਦਰ ਘਰ ਦੀ ਅੰਮ੍ਰਿਤ ਕਥਾ ਸਰਵਣ ਕਰੀਏ। ਉਹ ਮਾਂ ਗੁਜਰੀ ਜਿਸ ਨੇ ਆਪਣੇ ਤਨ ਤੇ ਕੀ ਨਹੀਂ ਗੁਜ਼ਾਰਿਆ। ਉਹ ਵੀ ਸਮਾਂ ਸੀ ਜਦੋਂ ਆਪਣੇ ਪਤੀ ਦਾ ਸੀਸ ਆਪਣੇ ਹੱਥਾਂ ਵਿੱਚ ਲੈ ਕੇ ਦਰਸ਼ਨ ਕੀਤੇ ਸਨ। 26 ਸਾਲ ਦੀ ਵੱਡੀ ਭਾਰੀ ਤਪੱਸਿਆ ਮਹਾਰਾਜ ਜੀ ਦੇ ਨਾਲ ਬੈਠ ਕੇ ਕੀਤੀ ਹੈ, ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ। ਇਸੇ ਕਰਕੇ ਕਲਗੀਧਰ स्वामी ने बचन लिखे ने, तात मात मुर अलख आराधा। मेरी माता और पिता ने परमात्मा की आराधना की है।
ਤਾਤ ਮਾਤ ਮੁਰ ਅਲਖ ਅਰਾਧਾ ਬਹੁਬਿਦ ਜੋਗ ਸਾਧਨਾ ਸਾਧਾ। ਬੜੀ ਵੱਡੀ ਸਾਧਨਾ ਕੀਤੀ ਹੈ। ਮਾਤਾ ਗੁਜਰੀ ਜੀ ਦੇ ਚਰਨਾਂ ਵਿੱਚ ਆਪਣੀਆਂ ਸੁਰਤੀਆਂ ਕੇਂਦਰਿਤ ਕਰੀਏ, ਹਾਜ਼ਰੀ ਲਵਾਈਏ, ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਰਤ ਪ੍ਰਤੀਖਨ ਪੋਤਰਨ ਕੇਰੀ। ਮਾਤਾ ਗੁਜਰੀ ਜੀ ਉਡੀਕ ਕਰ ਰਹੇ ਨੇ ਕਿ ਮੇਰੇ ਪੋਤਰੇ ਅੱਜ ਵਾਪਸ ਆਉਣਗੇ, ਕਿਉਂਕਿ ਪਹਿਲੇ 2 ਦਿਨਾਂ ਦੇ ਦੌਰਾਨ ਵਾਪਸ ਆਉਂਦੇ ਰਹੇ ਨੇ। ਅੱਜ ਤੀਜੇ ਦਿਨ ਵੀ ਮਾਤਾ ਜੀ ਉਡੀਕਦੇ ਹਨ। ਸਭਾ ਬਿਖੈ ਤੇ ਆਵਹਿ ਫੇਰੀ। ਕਿ ਅੱਜ ਫੇਰ ਕਚਹਿਰੀ ਚੋਂ ਸਭਾ ਚੋਂ ਸਾਹਿਬਜ਼ਾਦੇ ਵਾਪਸ ਆਉਣਗੇ। ਰਹਿ ਕੈਦ ਕਿਸ ਬਿਦ ਛੁੱਟ ਜੈ ਹੈ। ਚਲੋ ਮਾਤਾ ਜੀ ਨੂੰ ਇਹ ਉਮੀਦ ਨਹੀਂ ਸੀ ਕਿ ਸ਼ਹੀਦ ਕਰ ਦੇਣਗੇ ਬੱਚਿਆਂ ਨੂੰ। ਮਾਤਾ ਜੀ ਤੇ ਆਪਣੇ ਵਿਰਤੀ ਮੁਤਾਬਕ ਸੋਚ ਰਹੇ ਨੇ ਕਿ 7 ਸਾਲ ਤੇ 9 ਸਾਲ ਦੇ ਬੱਚਿਆਂ ਨੂੰ ਥੋੜੀ ਕਤਲ ਕਰਨਗੇ। ਚਲੋ ਕੁਝ ਸਮਾਂ ਕੈਦ ਰੱਖਣਗੇ, ਛੱਡ ਦੇਣਗੇ। ਜੀਵਤ ਪੁਨ ਸਭ ਹੂੰ ਸੁਖ ਪੈ ਹੈ। ਜੇ ਜਿਉਂਦੇ ਰਹੇ ਬਾਅਦ ਵਿੱਚ ਫਿਰ ਸਾਰੇ ਸੁਖ ਪ੍ਰਾਪਤ ਹੋ ਜਾਣਗੇ। ਅਤ ਪ੍ਰਿਯ ਮਨ ਕੇ ਛੋਰ ਇਕੇਲੀ। ਤੇ ਮਨ 'ਚ ਬੜੇ ਪਿਆਰੇ ਨੇ ਮੇਰੇ ਲਾਲ ਮੈਨੂੰ, ਮੇਰੇ ਪੋਤਰੇ ਮੈਨੂੰ ਅੱਜ ਕੱਲੀ ਨੂੰ ਛੱਡ ਕੇ ਗਏ ਹਨ। ਗਏ ਤੁਰਕ ਜਹ ਸਭਾ ਸਕੇਲੀ। ਫਿਰ ਗਏ ਵੀ ਉੱਥੇ ਨੇ ਜਿੱਥੇ ਮਲੇਛਾਂ ਦੀ ਸਭਾ ਲੱਗੀ ਹੈ, ਜਿੱਥੇ ਬੜੇ ਬੜੇ ਜਰਵਾਣੇ ਝੂਠੇ ਨੰਦ ਵਰਗੇ ਵਜੀਦੇ ਵਰਗੇ ਬੈਠੇ ਹਨ। ਅਬ ਐ ਬੀਤੇ ਓ ਚਿਰਕਾਲ। ਕਾਫੀ ਸਮਾਂ ਹੋ ਗਿਆ, ਹੁਣ ਆਉਂਦੇ ਹੋਣਗੇ। ਮਾਤਾ ਜੀ ਸ਼ਾਮ ਦੇ ਸਮੇਂ ਨਾ ਕਹਿੰਦੇ ਕਾਫੀ ਸਮਾਂ ਹੋ ਗਿਆ, ਹੁਣ ਵਾਪਸ ਆਉਂਦੇ ਹੋਣਗੇ। ਇਮ ਮਾਤਾ ਚਿਤ ਚਿੰਤ ਬਿਸਾਲ। ਇਹ ਤਾਂ ਮਾਤਾ ਜੀ ਦੇ ਚਿੱਤ ਵਿੱਚ ਸਾਰੀਆਂ ਚਿਤਵਨੀਆਂ ਜਿਹੜੀਆਂ ਨੇ ਉਹ ਚੱਲ ਰਹੀਆਂ ਹਨ। ਇਤਨੇ ਮਹਿ ਟੋਡਰ ਮਲ ਗਇਓ। ਇਤਨੇ ਨੂੰ ਦੀਵਾਨ ਟੋਡਰ ਮੱਲ ਜੀ ਇਹ ਮਾਤਾ ਜੀ ਦੇ ਪਾਸ ਚੱਲ ਕੇ ਠੰਡੇ ਬੁਰਜ ਵਿੱਚ ਆਏ। ਹਾਥ ਜੋੜ ਪਗ ਬੰਦਤ ਭਇਓ। ਹੱਥ ਜੋੜ ਕੇ ਦੀਵਾਨ ਟੋਡਰ ਮੱਲ ਨੇ ਬੜੇ ਅਦਬ ਨਾਲ ਸਤਿਕਾਰ ਨਾਲ ਮਾਤਾ ਜੀ ਦੇ ਚਰਨਾਂ ਤੇ ਬੰਦਨਾ ਕੀਤੀ, ਮੱਥਾ ਟੇਕਿਆ। ਬਿਹਬਲ ਅਸਵਨ ਬਦਨ ਪਖਾਰਾ। ਔਰ ਆਪਣੇ ਨੇਤਰਾਂ ਦੇ ਜਲ ਨਾਲ ਮਾਤਾ ਜੀ ਦੇ ਚਰਨ ਧੋਏ ਦੀਵਾਨ ਟੋਡਰ ਮੱਲ ਜੀ ਨੇ। ਸਾਰਾ ਚਿਹਰਾ ਨੇਤਰਾਂ ਦੇ ਜਲ ਨਾਲ ਦੀਵਾਨ ਟੋਡਰ ਮੱਲ ਜੀ ਦਾ ਭਰਿਆ, ਦਾੜੇ ਵਿੱਚ ਵੀ ਨੇਤਰਾਂ ਦਾ ਜਲ ਹੈ। ਰੁਕਿਓ ਕੰਠ ਨਹਿ ਜਾਏ ਉਚਾਰਾ। ਔਰ ਕੰਠ ਰੁਕਿਆ ਹੋਇਆ ਦੀਵਾਨ ਜੀ ਦਾ, ਮੁਖ ਤੋਂ ਕੁਝ ਬੋਲ ਨਹੀਂ ਹੁੰਦਾ, ਆਖ ਨਹੀਂ ਸਕਦੇ, ਕੁਝ ਕਹਿ ਨਹੀਂ ਸਕਦੇ। ਮੈਂ ਇਸ ਬਜ਼ੁਰਗ ਮਾਤਾ ਨੂੰ ਕੀ ਦੱਸਾਂ, ਕੀ ਆਖਾਂ। ਦੇਖ ਦਸ਼ਾ ਤਿਸ ਕੀ ਦੁਖਵਾਰੀ। ਦੀਵਾਨ ਟੋਡਰ ਮੱਲ ਜੀ ਦੀ ਦੁਖਦਾਈ ਦਸ਼ਾ ਵੇਖ ਕੇ ਕਿਉਂ ਰੋ ਰਹੇ ਨੇ ਬੇਬਲਹਾਨਾ। ਉਠਿਓ ਹੋਲ ਉਰ ਮਾਤ ਵਿਚਾਰੀ। ਮਾਤਾ ਜੀ ਦਾ ਵੀ ਹਿਰਦਾ ਇੱਕਦਮ ਉਚਾਟ ਜਿਹਾ ਹੋਇਆ ਤੇ ਮਨ 'ਚ ਹੀ ਵਿਚਾਰ ਕਰਦੇ ਹਨ ਤੇ ਬੋਲੇ, ਕਹੋ ਭਾਈ ਤੂੰ ਕੋ ਆਇਓ ਕੌਣ। ਕਹਿਣ ਲੱਗੇ, ਕਿਉਂਕਿ ਦੀਵਾਨ ਟੋਡਰ ਮੱਲ ਜੀ ਮਾਤਾ ਜੀ ਨੂੰ ਅੱਜ ਪਹਿਲੀ ਵਾਰ ਮਿਲ ਰਹੇ ਨੇ, ਤੋ ਪਹਿਚਾਨ ਨਹੀਂ ਸੀ। ਤੋ ਮਾਤਾ ਜੀ ਪੁੱਛਦੇ ਆ, ਭਾਈ ਤੂੰ ਕੌਣ ਹੈ। ਮਾਤਾ ਗੁਜਰੀ ਜੀ ਕਿ ਭਾਈ ਤੂੰ ਕੌਣ ਹੈ। ਕਿਉਂ ਅਤ ਦੁਖੀ ਹੇਤ ਕਹੋ ਤੌਣ। ਕਿਉਂ ਇਤਨੇ ਦੁਖੀ ਹੋ, ਕੀ ਕਾਰਨ ਹੈ, ਇੰਨੇ ਦੁਖੀ ਹੋਣ ਦਾ ਕੀ ਕਾਰਨ ਹੈ। ਕਿਆ ਬੂਝਤ ਬੈਠੀ ਅਬ ਮਾਤ। ਅੱਗੋਂ ਦੀਵਾਨ ਜੀ ਬੋਲੇ, ਮਾਤਾ ਜੀ ਕੀ ਪੁੱਛਦੇ ਹੋ ਬੈਠੇ, ਕੀ ਪੁੱਛਦੇ ਹੋ ਤੁਸੀਂ। ਮਰਤ ਪਿਖੇ ਮੈਂ ਦੁਦਵੈ ਗੁਰ ਤਾਤ। ਕਿਵੇਂ ਦੱਸਾਂ ਜੋ ਮੈਂ ਕਹਿਣਾ ਚਾਹੁੰਦਾ ਹਾਂ। ਮੈਂ ਉਹ ਨਿਭਾਗਾ ਪੁਰਸ਼ ਹਾਂ ਜਿਹੜਾ ਆਪਣੇ ਨੇਤਰਾਂ ਨਾਲ ਗੁਰੂ ਕੇ 2 ਲਾਲਾਂ ਨੂੰ ਸ਼ਹੀਦ ਹੁੰਦਿਆਂ ਵੇਖ ਕੇ ਆਇਆ। ਬੋਲਿਆ, ਮਹਾਰਾਜ ਮਾਤਾ ਜੀ ਮੈਂ ਉਹੀ ਨਿਭਾਗਾ ਹਾਂ ਕਿ ਮੈਂ ਆਪਣੇ ਨੇਤਰਾਂ ਨਾਲ ਗੁਰੂ ਕੇ ਦੋਨੋਂ ਪੁੱਤਰ ਸ਼ਹੀਦ ਹੁੰਦੇ ਵੇਖ ਕੇ ਆਇਆ। ਜੀਵਤ ਰਹਿਓ ਫਟੀ ਨਹਿ ਛਾਤੀ। ਮੈਂ ਇਸ ਕਰਕੇ ਨਿਭਾਗਾ ਹਾਂ ਮਾਤਾ ਜੀ ਕਿ ਮੈਂ ਸਾਹਿਬਜ਼ਾਦਿਆਂ ਨੂੰ ਸ਼ਹੀਦ ਹੋਇਆ ਵੇਖ ਕੇ ਵੀ ਜਿਉਂਦਾ ਮੁੜ ਆਇਆ। ਮੇਰੀ ਛਾਤੀ ਪਾਟੀ ਕਿਉਂ ਨਹੀਂ ਵੇਖ ਕੇ ਉਹ ਦੁੱਖ, ਸਾਹਿਬਜ਼ਾਦਿਆਂ ਦੇ ਸੀਸ ਉਹਨਾਂ ਦੇ ਧੜਾਂ ਤੋਂ ਵੱਖਰੇ ਹੋਏ ਵੇਖ ਕੇ ਮੇਰਾ ਕਲੇਜਾ ਕਿਉਂ ਨਹੀਂ ਪਾਟ ਗਿਆ। ਮੈਂ ਜਿਉਂਦਾ ਮੁੜ ਆਇਆ। ਹਾਂਜੀ, ਮੋਤੇ ਕੋਮਲ ਪਾਹਨ ਜਾਤੀ। ਮਾਤਾ ਜੀ ਮੈਨੂੰ ਤਾਂ ਇਦਾਂ ਜਾਪਦਾ
ਕਿ ਮੇਰੇ ਨਾਲੋਂ ਪੱਥਰ ਵੀ ਕੋਮਲ ਹੋਣੇ ਨੇ, ਪੱਥਰ ਦੀ ਜਾਤੀ ਵੀ ਕੋਮਲ ਹੋਵੇਗੀ। ਮੈਂ ਨਿਰਭਾਗ ਬਤਾਵਨ ਆਇਓ। ਮੈਂ ਨਿਰਭਾਗਾ ਸ਼ਾਇਦ ਇਹ ਖਬਰ ਦੇਣ ਵਾਸਤੇ ਹੀ ਜਿਉਂਦਾ ਰਹਿ ਗਿਆ, ਤੁਹਾਨੂੰ ਆ ਕੇ ਖਬਰ ਦੇਣੀ ਸੀ ਮਾਤਾ ਜੀ। ਮੈਂ ਨਿਰਭਾਗ ਮਾੜੇ ਭਾਗਾਂ ਵਾਲਾ ਇਤਨੀ ਦੁਖਦ ਖਬਰ ਸਤਿਕਾਰਯੋਗ ਪੂਜਨੀਕ ਮਾਤਾ ਜੀ ਕੋਲ ਲੈ ਕੇ ਆਇਆ ਹਾਂ। ਨਹਿ ਗੁਰ ਪੁੱਤਰਨ ਸੰਗ ਸਿਧਾਇਓ। ਮੈਂ ਉੱਥੇ ਮਰ ਕਿਉਂ ਨਹੀਂ ਗਿਆ, ਮੇਰੇ ਵੀ ਪ੍ਰਾਣ ਨਿਕਲ ਕਿਉਂ ਨਹੀਂ ਗਏ, ਮੈਂ ਵੀ ਗੁਰੂ ਪੁੱਤਰਾਂ ਨਾਲ ਕਿਉਂ ਨਾ ਮਰ ਗਿਆ। ਮੈਂ ਇਸੇ ਕਰਕੇ ਆਪਣੇ ਆਪ ਨੂੰ ਨਿਰਭਾਗਾ ਗਿਣਦਾ ਹਾਂ। ਘਰ ਕੋ ਦਰਬ ਸਰਬ ਮੈਂ ਦੇਤ। ਮੈਂ ਆਪਣੇ ਘਰ ਦਾ ਸਾਰਾ ਧਨ ਜੋ ਕੁਝ ਸੀ ਮੈਂ ਸਭ ਕੁਝ ਦੇਣ ਨੂੰ ਤਿਆਰ ਸੀ। ਜਿਉਂ ਕਿਉਂ ਕਰ ਬਚਾਏ ਸੋ ਲੇਤ। ਮੈਂ ਜਿਵੇਂ ਕਿਵੇਂ ਕਰਕੇ ਸਾਹਿਬਜ਼ਾਦਿਆਂ ਨੂੰ ਬਚਾ ਲੈਂਦਾ, ਪਰ ਕੀ ਕਰਦਾ ਮਾਤਾ ਜੀ, ਮੇਰੇ ਭਾਗ ਮਾੜੇ ਸਨ ਕਿ ਸਾਹਿਬਜ਼ਾਦੇ ਜਿਸ ਵੇਲੇ ਗ੍ਰਿਫਤਾਰ ਕਰਕੇ ਲਿਆਂਦੇ ਮੈਂ ਇੱਥੇ ਨਹੀਂ ਸੀ। ਮੇਰੇ ਹੀ ਕੋਈ ਕਰਮ ਮੰਦ ਸਨ ਕਿ ਮੈਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਪਹਿਲਾਂ ਨਹੀਂ ਆ ਸਕਿਆ, ਨਹੀਂ ਤਾਂ ਮੈਂ ਆਪਣਾ ਘਰ ਕਾਟ ਸਭ ਕੁਝ ਵੇਚ ਕੇ ਜਿਵੇਂ ਕਿਵੇਂ ਕਰਕੇ ਤਰਲੋ ਮੱਛੀ ਹੋ ਕੇ ਮਿੰਨਤਾਂ ਕਰਕੇ ਵਜੀਦੇ ਕੋਲੋਂ ਮੈਂ ਸਾਹਿਬਜ਼ਾਦਿਆਂ ਨੂੰ ਛੁਡਾ ਲੈਂਦਾ। ਕੇਤਿਕ ਕਾਲ ਮਹਿ ਪ੍ਰਾਨ ਨਿਕਾਰੇ। ਮਾਤਾ ਜੀ ਨੇ ਜਿਸ ਵਕਤ ਤੇ ਸੁਣਿਆ, ਬੜੇ ਵਿਸਮਾਦ ਦੇ ਵਿੱਚ ਵਿਰਾਗ ਵਿੱਚ ਮਾਤਾ ਜੀ ਚਲੇ ਗਏ। ਭਾਈ ਵੀਰ ਸਿੰਘ ਜੀ ਦੇ ਕਥਨ ਅਨੁਸਾਰ ਮਾਤਾ ਜੀ, ਕਿਉਂਕਿ ਕਲਗੀਧਰ ਜੀ ਨੇ ਵੀ ਲਿਖਿਆ, ਤਾਤ ਮਾਤ ਮੁਰ ਅਲਖ ਆਰਾਧਾ ਬਹੁਬਿਦ ਜੋਗ ਸਾਧਨਾ ਸਾਧਾ। ਮਾਤਾ ਜੀ ਵੀ ਮਹਾਨ ਯੋਗੀ ਸਨ ਔਰ ਯੋਗ ਦੁਆਰਾ ਹੀ ਆਪਣੀ ਨਾਭੀ ਵਿੱਚੋਂ ਆਪਣੇ ਪ੍ਰਾਣਾਂ ਦੀ ਗੰਢ ਖੋਲੀ ਹੈ। ਕਿਉਂਕਿ ਜਿਸ ਵੇਲੇ ਸਾਹਿਬ ਨੌਵੇਂ ਪਾਤਸ਼ਾਹ ਦਾ ਸੀਸ ਵੇਖਿਆ ਸੀ ਨਾ, ਮਾਂ ਗੁਜਰੀ ਨੇ ਕਿਹਾ ਸੀ, ਮਹਾਰਾਜ ਤੁਹਾਡੀ ਨਿਭ ਗਈ ਹੈ, ਕਿਰਪਾ ਕਰਿਓ ਮੇਰੀ ਵੀ ਨਿਭ ਜਾਏ। ਅੱਜ ਸਤਿਕਾਰਯੋਗ ਮਾਤਾ ਗੁਜਰੀ ਜੀ ਨੇ ਦਸਮ ਦੁਆਰ ਦੁਆਰਾ ਬ੍ਰਹਮਰੰਦਰ ਦੁਆਰਾ ਆਪਣੇ ਸਵਾਸ ਬਾਹਰ ਕੱਢੇ ਹਨ ਔਰ ਇਹਨੂੰ ਸ਼ਹਾਦਤ ਹੀ ਕਹਾਂਗੇ, ਸ਼ਹੀਦੀ ਹੈ ਮਾਤਾ ਗੁਜਰੀ ਜੀ ਦੀ। ਹਾਂਜੀ, ਮਿਲ ਪੌਤਰਨ ਗੁਰਪੁਰੀ ਪਧਾਰੇ। ਔਰ ਆਪਣੇ ਪੋਤਰਿਆਂ ਨਾਲ ਹੀ ਮਿਲ ਕੇ ਮਾਤਾ ਜੀ ਗੁਰਪੁਰੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ ਜਾ ਪਹੁੰਚੇ। ਆਪਣੇ ਪੋਤਰਿਆਂ ਸਮੇਤ ਸਤਿਕਾਰਯੋਗ ਮਾਤਾ ਗੁਜਰੀ ਜੀ ਵੀ ਠੰਡੇ ਬੁਰਜ ਵਿੱਚ ਆਪਣਾ ਸਰੀਰ ਤਿਆਗ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਦੇ ਚਰਨਾਂ 'ਚ ਗੁਰਪੁਰੀ ਜਾ ਪਹੁੰਚੇ ਹਨ। ਤੀਨੋਂ ਤਨ ਟੋਡਰ ਸੰਸਕਾਰੇ। ਔਰ ਦੀਵਾਨ ਟੋਡਰ ਮੱਲ ਜੀ ਨੇ, ਇਤਿਹਾਸਕਾਰ ਇਦਾਂ ਲਿਖਦੇ ਨੇ ਕਿ ਸਾਹਿਬਜ਼ਾਦਿਆਂ ਦੇ ਸਰੀਰ ਦੇ ਅੰਤਮ ਸੰਸਕਾਰ ਲਈ ਜਗ੍ਹਾ ਨਹੀਂ ਸਨ ਦਿੰਦੇ ਕਾਜੀ ਮੌਲਵੀ। ਦੀਵਾਨ ਜੀ ਨੇ ਆਖਿਆ, ਮੇਰੇ ਕੋਲੋਂ ਜਗ੍ਹਾ ਦੇ ਪੈਸੇ ਲੈ ਲਓ, ਮੁੱਲ ਲੈ ਲਓ। ਆਖਿਆ, ਸੋਨੇ ਦੀਆਂ ਸ਼ਰਫੀਆਂ ਵਿਛਾ ਕੇ ਜਗ੍ਹਾ ਖਰੀਦੋ। ਸ਼ਾਹੂਕਾਰ ਸਨ ਦੀਵਾਨ ਜੀ, ਅਸ਼ਰਫੀਆਂ ਖਿਲਾਰ ਦਿੱਤੀਆਂ ਜ਼ਮੀਨ ਤੇ ਜੋਤੀ ਸਰੂਪ ਵਾਲਾ ਪਾਵਨ ਸਥਾਨ। ਉਸ ਵਕਤ ਇਹਨਾਂ ਲਾਲਚੀਆਂ ਨੇ ਆਖਿਆ, ਜੀ ਮੋਹਰਾਂ ਖੜੀਆਂ ਕਰਕੇ ਜਗ੍ਹਾ ਖਰੀਦੋ। ਮੋਹਰਾਂ ਖੜੀਆਂ ਕਰਕੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਵਾਲੀ ਜਿਹੜੀ ਜਗ੍ਹਾ ਹੈ ਉਹ ਦੀਵਾਨ ਟੋਡਰ ਮੱਲ ਜੀ ਨੇ ਮੁੱਲ ਖਰੀਦੀ। ਸਤਿਕਾਰਯੋਗ ਮਾਤਾ ਜੀ ਦਾ ਪਾਵਨ ਸਰੀਰ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਸਾਹਿਬ ਜੀ ਦਾ ਪਾਵਨ ਸਰੀਰ ਵਿਮਾਨਾਂ ਤੇ ਸਵਾਰ ਕਰਕੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਾਲੇ ਪਾਵਨ ਸਥਾਨ ਤੇ ਆਪ ਜੀ ਦਰਸ਼ਨ ਕਰਦੇ ਹੋ। ਜਦੋਂ ਦਰਸ਼ਨ ਕਰਦੇ, ਜਿੱਥੇ ਪ੍ਰਕਾਸ਼ ਹੈ ਮਹਾਰਾਜ ਜੀ ਦਾ, ਨਾਲ ਅੰਗੀਠਾ ਬਣਿਆ ਹੋਇਆ, ਉਸ ਜਗ੍ਹਾ ਤੇ ਸਾਹਿਬਜ਼ਾਦਿਆਂ ਦਾ ਔਰ ਮਾਤਾ ਜੀ ਦੇ ਸਰੀਰ ਦਾ ਅੰਤਮ ਸੰਸਕਾਰ ਇਹ ਸੇਵਾ ਦੀਵਾਨ ਟੋਡਰ ਮੱਲ ਜੀ ਨੇ ਕੀਤੀ। ਚੁਨੇ ਪੁਸ਼ਪ ਬਾਸਨ ਮਹਿ ਡਾਰੇ। ਔਰ ਅੰਗੀਠੇ ਦੇ ਵਿੱਚੋਂ ਪੁਸ਼ਪ ਸੰਭਾਲ ਕੇ ਇੱਕ ਗਾਗਰ ਦੇ ਵਿੱਚ ਪਾ ਕੇ ਸਭ ਸੇਖਨ ਮਿਲ ਤਹਾਂ ਦਬਾਏ। ਕੁਝ ਸਿੱਖ ਜਿਹੜੇ ਦੀਵਾਨ ਟੋਡਰ ਮੱਲ ਜੀ ਦੇ ਨਾਲ ਸਨ, ਉੱਥੇ ਜੋਤੀ ਸਰੂਪ ਵਾਲੀ ਜਿਹੜੀ ਜਗ੍ਹਾ ਹੈ, ਉੱਥੇ ਹੀ ਉਹ ਥੱਲੇ ਜ਼ਮੀਨ ਖੋਦ ਕੇ ਜਿਹੜੇ ਪੁਸ਼ਪ ਸਨ ਸਰੀਰ ਦੇ,
ਉਹ ਉੱਥੇ ਗਾਗਰ ਦੇ ਵਿੱਚ ਪਾ ਕੇ ਥੱਲੇ ਦਬ ਦਿੱਤੇ। ਇਮ ਮਾਹੀ ਸਭ ਗਾਥ ਸੁਨਾਏ। ਏਦਾਂ ਨੂਰੇ ਮਾਈ ਨੇ ਇੱਕ ਇੱਕ ਬਾਤ ਇਤਿਹਾਸ ਦੀ, ਸਾਹਿਬਜ਼ਾਦਿਆਂ ਦੇ ਸਾਕੇ ਦੀ, ਕਲਗੀਆਂ ਵਾਲੇ ਪਾਤਸ਼ਾਹ ਨੂੰ ਲੰਮੇ ਨਗਰ ਵਿੱਚ ਬੈਠਿਆਂ ਨੂੰ ਸੁਣਾਈ। ਸੁਨੋ ਗੁਰੂ ਜੀ ਸਕਲ ਪ੍ਰਸੰਗ। ਏ ਗੁਰਦੇਵ ਜੀ ਸੁਣੋ ਇਹ ਸਾਰਾ ਪ੍ਰਸੰਗ। ਇੱਕ ਸਿੱਖ ਨੇ ਪਾਖਿਓ ਮੁਝ ਸੰਗ। ਮੈਂ ਇੱਕ ਸਿੱਖ ਦੇ ਕੋਲੋਂ ਸੁਣ ਕੇ ਆਇਆ। ਮੈਨੂੰ ਇਹ ਸਾਰਾ ਪ੍ਰਸੰਗ ਸਾਹਿਬਜ਼ਾਦਿਆਂ ਦਾ, ਉਹਨਾਂ ਦੀ ਸ਼ਹਾਦਤ ਦਾ, ਉਹ ਇੱਕ ਸਿੱਖ ਨੇ ਸੁਣਾਇਆ ਤੇ ਸਤਿਗੁਰੂ ਜੀ ਮੈਂ ਆਪ ਜੀ ਨੂੰ ਸੁਣਾਇਆ ਹੈ। ਸੋ ਮੈਂ ਰਾਵਰ ਪਾਸ ਬਤਾਵਾ। ਜਿਵੇਂ ਮੇਰੇ ਤੱਕ ਆਇਆ ਤਿਵੇਂ ਇਨ ਬਿਨ ਉਸੇ ਸ਼ਬਦਾਂ ਵਿੱਚ ਮੈਂ ਆਪ ਜੀ ਨੂੰ ਸੁਣਾ ਦਿੱਤਾ ਹੈ। ਦਿਜ ਕੀ ਸੁਨੋ ਜਥਾ ਫਲ ਪਾਵਾ। ਹੁਣ ਉਧਰ ਬਾਹਮਣ ਦੀ ਸੁਣੋ, ਗੰਗੂ ਦੀ, ਉਹਨੂੰ ਆਪਣੀ ਕਰੜੀ ਦਾ ਕੀ ਫਲ ਮਿਲਿਆ, ਉਸ ਮਲੇਛ ਦੀ ਕੀ ਹਾਲਤ ਹੋਈ। ਤੁਰਕਨ ਸੁਨੀ ਰਹਿਓ ਧਨ ਇਸਕੇ। ਜਦੋਂ ਤੁਰਕਾਂ ਨੂੰ ਪਤਾ ਲੱਗਾ ਵੀ ਇਹਦੇ ਕੋਲ ਪੈਸੇ ਨੇ, ਮਾਤਾ ਜੀ ਦੇ ਪਾਸ ਜਿਹੜੀ ਖੁਰਜੀ ਸੀ ਅਸ਼ਰਫੀਆਂ ਦੀ, ਤੁਰਕਾਂ ਨੂੰ ਪਤਾ ਲੱਗਾ ਵੀ ਇਹਦੇ ਕੋਲ ਗੁਰੂ ਘਰ ਦੀ ਮਾਇਆ ਹੈ। ਧਾਏ ਸਿਪਾਹੀ ਗਮਨੇ ਤਿਸਕੇ। ਉਹ ਸਿਪਾਹੀ ਭੱਜ ਕੇ ਗੰਗੂ ਬਾਹਮਣ ਦੇ ਘਰ ਪਹੁੰਚੇ। ਇਹਨੂੰ ਇਨਾਮ ਤਾਂ ਕੀ ਦੇਣਾ ਸੀ, ਜਿਹੜੀਆਂ ਅਸ਼ਰਫੀਆਂ ਨੇ ਲਕੋਈਆਂ ਸਨ ਘਰ ਵਿੱਚ ਸੋਨੇ ਦੀਆਂ, ਉਹ ਵੀ ਖੋਣ ਵਾਸਤੇ, ਇਹਦੇ ਕੋਲੋਂ ਲੈਣ ਵਾਸਤੇ ਸਿਪਾਹੀ ਤੁਰਕਾਂ ਦੇ ਇਹਨਾਂ ਦੇ ਘਰ ਗਏ। ਸਕਲ ਕੁਟੰਬ ਬਾਂਧ ਕਰ ਆਨਾ। ਗੰਗੂ ਬਾਹਮਣ ਦਾ ਸਾਰਾ ਟੱਬਰ ਉਹਨਾਂ ਨੇ ਬੰਨ ਲਿਆ, ਇਹਦੀ ਜਨਾਨੀ ਸਮੇਤ, ਇਹਦੇ ਜਿੰਨੇ ਵੀ ਅੱਗੇ ਅੰਸ਼ ਸੀ ਸਾਰਿਆਂ ਨੂੰ ਬੰਨ ਲਿਆ ਸਿਪਾਹੀਆਂ ਨੇ। ਦਈ ਸਜ਼ਾਏ ਮਾਰ ਕਰ ਨਾਨਾ। ਤਾੜਨਾ ਕੀਤੀ, ਬੜੀਆਂ ਸਜ਼ਾਵਾਂ ਦਿੱਤੀਆਂ ਉਹਨਾਂ ਨੂੰ ਵੀ, ਚਾਬਕਾਂ ਨਾਲ ਮਾਰ-ਮਾਰ ਪੁੱਛਦੇ ਦੱਸੋ ਪੈਸੇ ਕਿੱਥੇ ਹਨ। ਜਿਹ ਥਲ ਤਿਹ ਦੀਨਾਰ ਦਬਾਈ। ਜਿਸ ਜਗ੍ਹਾ ਤੇ ਇਹਨਾਂ ਨੇ ਅਸ਼ਰਫੀਆਂ ਦੱਬੀਆਂ ਸੀ ਨਾ ਉਹ ਸੋਨੇ ਦੀਆਂ, ਗੰਗੂ ਦੱਸੇ ਵੀ ਇੱਥੇ ਹੀ ਦੱਬੀਆਂ ਨੇ, ਉਹ ਉੱਥੋਂ ਜਾ ਕੇ ਖੋਦਣ ਲੱਗੇ। ਰਹਿਓ ਖੋਜ ਸੋ ਹਾਥ ਨਾ ਆਈ। ਉਹ ਲੱਭਦੇ ਪਰ ਉੱਥੋਂ ਲੱਭਦੀਆਂ ਨਹੀਂ, ਉਹ ਫਿਰ ਹੋਰ ਕੁੱਟਦੇ ਆ ਵੀ ਤੂੰ ਝੂਠ ਬੋਲਦਾ। ਜਿੱਥੇ ਦੱਬੀਆਂ ਸੀ ਉੱਥੋਂ ਅਸ਼ਰਫੀਆਂ ਜਿਹੜੀਆਂ ਅਲੋਪ ਹੋ ਗਈਆਂ, ਕਿੱਥੇ ਚਲੀਆਂ ਗਈਆਂ, ਜਿੱਥੇ ਗੁਰਦੇਵ ਨੇ ਪਹਿਲਾਂ ਸਤਲੁਜ ਦਰਿਆ ਦੇ ਵਿੱਚ ਸਾਰਾ ਖਜ਼ਾਨਾ ਮਹਾਰਾਜ ਜੀ ਨੇ ਰੋੜ ਦਿੱਤਾ ਸੀ, ਉੱਥੇ ਹੀ ਜਾ ਪਹੁੰਚੀਆਂ ਸਨ। ਉਹ ਵੀ ਇਹ ਲੱਭੀ ਜਾਣ ਉੱਥੇ, ਗੰਗੂ ਕਹੇ ਵੀ ਇੱਥੇ ਦੱਬੀਆਂ ਨੇ, ਉਹ ਆ ਕੇ ਖੁਦਾਈ ਕਰਕੇ ਵੇਖਣ, ਉੱਥੋਂ ਨਾ ਮਿਲਣ, ਉਹ ਹੋਰ ਜ਼ਿਆਦਾ ਇਹਨਾਂ ਨੂੰ ਕੁੱਟਦੇ, ਗੰਗੂ ਨੂੰ ਚਾਬਕਾ ਮਾਰ ਮਾਰੇ ਦੀ ਚਮੜੀ ਉਧੇੜਦੇ ਮਲੇਛ ਦੀ। ਮਾਰਿੰਦਾ ਤੁਰਕਨ ਤੇ ਮਰਿਓ। ਅਖੀਰ ਨੂੰ ਤੁਰਕਾਂ ਦਾ ਮਾਰਿੰਦਾ ਮਾਰਿਆ ਮਰ ਗਿਆ, ਪਾਗਲ ਹੋ ਕੇ ਟੱਕਰਾਂ ਮਾਰਦਾ ਮਰ ਗਿਆ। ਤਾਤ ਕਾਲ ਫਲ ਭੋਗਨ ਕਰਿਓ। ਤਾਤ ਖਾਲ ਗੰਗੂ ਬਾਹਮਣ ਨੂੰ ਆਪਣੀ ਕਰਨੀ ਦਾ ਫਲ ਭੋਗਣਾ ਪਿਆ। ਤਬ ਸਤਿਗੁਰ ਪਰੇ ਅੰਕੈ ਥਿਰੇ। ਇਸ ਵੇਲੇ ਨੂਰਾ ਮਾਈ ਸਤਿਗੁਰਾਂ ਨੂੰ ਇਹ ਕਥਾ ਸੁਣਾ ਰਿਹਾ ਸੀ। ਕਲਗੀਧਰ ਪਾਤਸ਼ਾਹ ਜੀ ਆਪਣੇ ਪਲੰਗੇ ਤੇ ਬੈਠੇ ਸਨ। ਦੋਨੋਂ ਚਰਨ ਧਰਾ ਪਰ ਧਰੇ। ਤੇ ਥੱਲੇ ਚਰਨ ਜ਼ਮੀਨ ਤੇ ਲਟਕਾ ਕੇ ਨਾ ਮਹਾਰਾਜ ਜੀ ਬੈਠੇ ਹੋਏ, ਚਰਨ ਜ਼ਮੀਨ ਤੇ ਰੱਖੇ ਹੋਏ ਸੀ। ਬੂਟ ਖਰੋ ਕਾਹੂ ਕੋ ਹੇਰੇ। ਤੇ ਲਾਗੇ ਇੱਕ ਕਾਈ ਦਾ ਬੂਟਾ ਸੀ ਨੇੜੇ ਮਹਾਰਾਜ ਜੀ ਦੇ ਚਰਨਾਂ ਦੇ। ਤਿਸ ਕੀ ਜਰ ਕੋ ਖਨ ਹੈ ਕਨੇਰੇ। ਮਹਾਰਾਜ ਜੀ ਦੇ ਹੱਥ 'ਚ ਨਾ ਇੱਕ ਕਰਦ ਸੀ ਚਾਕੂ, ਤੇ ਉਹਦੇ ਨਾਲ ਕਾਈ ਦਾ ਬੂਟਾ ਹੌਲੇ ਏਦਾਂ ਕੁਰੇਦਦੇ ਹਨ। ਕਰਦ ਹੱਥ ਮੈਂ ਧਾਰਨ ਕਰੇ। ਹੱਥ ਵਿੱਚ ਕਰਦ ਫੜੀ ਹੋਈ ਹੈ, ਉਹਦੇ ਨਾਲ ਮਹਾਰਾਜ ਜੀ ਕਾਈ ਦੇ ਬੂਟੇ ਨੂੰ ਏਦਾਂ ਹੌਲੇ ਕੁਰੇਦਦੇ ਹਨ। ਸਗਲ ਪ੍ਰਸੰਗ ਸੁਨਿਓ ਚਿਤ ਧਰੇ। ਜਿਵੇਂ ਨੂਰਾ ਸੁਣਾਈ ਜਾਂਦਾ ਮਹਾਰਾਜ ਜੀ ਉਹਨੂੰ ਕੁਰੇਦੀ ਜਾਂਦੇ ਨੇ। ਜਦੋਂ ਨੂਰੇ ਨੇ ਸਾਰਾ ਪ੍ਰਸੰਗ ਸੁਣਾ ਕੇ ਸਮਾਪਤ ਕਰ ਦਿੱਤਾ, ਬਹਰ ਬੂਝਨਾ ਕੀਨ ਗੋਸਾਈ। ਕਲਗੀਧਰ ਪਾਤਸ਼ਾਹ ਜੀ ਫਿਰ ਪੁੱਛਦੇ ਨੂਰੇ ਨੂੰ, ਕਹਿੰਦੇ ਹਨ ਜਹਾਂ ਸਭਾ ਤੁਰਕਨ ਸਮੁਦਾਈ। ਪਾਤਸ਼ਾਹ ਕਹਿੰਦੇ ਨੂਰਿਆ ਇਹ ਦੱਸ, ਜਿੱਥੇ ਤੁਰਕਾਂ ਦੀ ਸਭਾ ਲੱਗੀ ਸੀ, ਵਜੀਦੇ ਵਰਗੇ ਮਲੇਛ ਜਿੱਥੇ ਬੈਠੇ ਸਨ, ਬਿਨ ਮਲੇਰੀਅਨ ਅਪਰ ਭੇ ਕੋਈ। ਉੱਥੇ ਮਲੇਰ ਕੋਟਲੇ ਦੇ ਨਵਾਬ ਤੋਂ ਬਿਨਾਂ ਕਿਸੇ ਹੋਰ ਤੁਰਕ ਨੇ, ਪਿਖ ਸਿਸ ਦਇਆ ਦੇ ਜਿਸ ਹੋਈ। ਕਿਸੇ ਹੋਰ ਨੇ ਵੀ ਹਾਂ ਦਾ ਨਾਰਾ ਮਾਰਿਆ, ਕਿਸੇ ਹੋਰ ਦੇ ਮਨ 'ਚ ਵੀ ਕੋਈ ਦਇਆ ਜਾਂ ਤਰਸ ਆਈ ਤੇ ਉਹਨੇ ਕਿਹਾ ਵਜੀਦੇ ਨੂੰ ਕਿ ਤੂੰ ਏਦਾਂ ਨਾ ਕਰ ਜਿਵੇਂ ਮਲੇਰੀਆ ਨੇ ਕਿਹਾ। ਤਬ ਮਾਹੀ ਕਰ ਜੋਰ ਉਚਾਰਾ। ਮਾਈ ਨੇ ਹੱਥ ਜੋੜ ਕੇ ਸਤਿਗੁਰਾਂ ਨੂੰ ਬੇਨਤੀ ਕੀਤੀ, ਕਹਿਣ ਲੱਗਾ ਮੈਂ ਆਛੇ ਕੀਨੋ ਨਿਰਧਾਰਾ। ਮਹਾਰਾਜ ਮੈਂ
ਚੰਗੀ ਤਰ੍ਹਾਂ ਉੱਥੇ ਨਿਰਧਾਰਤ ਕਰਕੇ ਆਇਆ, ਨਿਸ਼ਚੈ ਕਰਕੇ ਆਇਆ, ਸਭ ਕੋਲੋਂ ਸੁਣ ਕੇ ਆਇਆ। ਸ਼ੀਰ ਖੋਰ ਇਨ ਦੋਸ਼ ਨਾ ਲੇਸ਼। ਕੇਵਲ ਮਲੇਰ ਕੋਟਲੇ ਦੇ ਨਵਾਬ ਨੇ ਸ਼ੇਰ ਮੁਹੰਮਦ ਖਾਨ ਨੇ ਹਾ ਦਾ ਨਾਰਾ ਮਾਰਿਆ, ਬਸ ਉਸੇ ਨੇ ਕਿਹਾ ਸੀ ਇਹ ਸ਼ੀਰ ਖੋਰੇ ਬੱਚੇ ਨੇ, ਇਹਨਾਂ ਦਾ ਕੀ ਦੋਸ਼ ਹੈ। ਏਵ ਮਲੇਰੀ ਕਹਿ ਬਿਨ ਦਵੈਸ਼। ਇਹਨਾਂ ਦਵੈਸ਼ ਤੋਂ ਕੇਵਲ ਮਲੇਰੀਏ ਪਠਾਣਾ ਨੇ ਇਹ ਗੱਲ ਕਹੀ ਹੈ। ਸੁਨ ਕਰ ਸ਼੍ਰੀ ਗੁਰ ਬਾਕ ਬਖਾਨਾ। ਸੁਣ ਕੇ ਕਲਗੀਆਂ ਵਾਲੇ ਸੁਆਮੀ ਜੀ ਬੋਲੇ, ਭਇਓ ਨਾਸ਼ ਅਬ ਸਭ ਤੁਰ ਕਾਨਾ। ਪਾਤਸ਼ਾਹ ਕਹਿੰਦੇ ਚੰਗਾ, ਫਿਰ ਉਹ ਕਾਈ ਦਾ ਬੂਟਾ ਨਾਲ ਏਦਾਂ ਕੁਰੇਦ ਦੇ ਪੁੱਟਦੇ ਐ, ਨਾਲੇ ਕਹਿੰਦੇ ਚੰਗਾ ਫਿਰ ਅੱਜ ਤੋਂ ਬਾਅਦ ਤੁਰਕਾਂ ਦੀ ਜੜ ਪੁੱਟੀ ਗਈ। ਇੱਕ ਮਲੇਰੀਅਨ ਕੀ ਜੜ ਰਹੈ। ਇਹਨਾਂ ਮਲੇਛਾਂ ਦੀ ਜੜ ਪੁੱਟੀ ਗਈ ਹੈ, ਕੇਵਲ ਇੱਕ ਮਲੇਰ ਕੋਟਲੇ ਦੇ ਨਵਾਬਾਂ ਦੀ ਜੜ ਰਹਿ ਗਈ ਹੈ। ਹਾਂਜੀ, ਅਪਰ ਤੁਰਕ ਸਭ ਹੀ ਜੜ ਦਹੈ। ਬਾਕੀ ਇਹਨਾਂ ਮਲੇਛਾਂ ਦੀ ਤੁਰਕਾਂ ਦੀ ਜੜ ਹੁਣ ਅਸੀਂ ਪੁੱਟ ਦਿੱਤੀ ਹੈ। 700 ਸਾਲ ਤੋਂ ਜਿਨ੍ਹਾਂ ਦੀ ਜੜ ਨੂੰ ਕੋਈ ਹਿਲਾ ਨਹੀਂ ਸਕਿਆ, ਅੱਜ ਅਸੀਂ ਉਹਨਾਂ ਮਲੇਛਾਂ ਦੀ ਜੜ ਪੁੱਟ ਦਿੱਤੀ ਹੈ। ਇਮ ਕਹਿ ਮੁਖ ਤੇ ਕਰਦ ਚਲਾਈ। ਏਦਾਂ ਕਹਿ ਕੇ ਮਹਾਰਾਜ ਜੀ ਨੇ ਆਪਣੇ ਹੱਥ ਦੀ ਉਹ ਕਰਦ ਏਦਾਂ ਜ਼ੋਰ ਨਾਲ ਚਲਾਈ। ਕਾਹੂ ਬੂਟ ਜੜ ਕਾਟ ਗਵਾਈ। ਔਰ ਉਹ ਜਿਹੜਾ ਕਾਈ ਦਾ ਬੂਟਾ ਸੀ ਜੜੋਂ ਕੱਟ ਕੇ ਮਹਾਰਾਜ ਜੀ ਨੇ ਪੁੱਟ ਕੇ ਜ਼ਮੀਨ ਤੇ ਸੁੱਟ ਦਿੱਤਾ, ਵੀ ਆ ਗਈ ਤੁਰਕਾਂ ਦੀ ਜੜ। ਜਿਮ ਇਸ ਕੀ ਜੜ ਕਾਟੀ ਉਖਾਰੀ। ਜਿਵੇਂ ਇਸ ਕਾਈ ਦੇ ਬੂਟੇ ਦੀ ਜੜ ਪੁੱਟ ਕੇ ਅਸੀਂ ਕੁਰੇਦ ਕੇ ਸੁੱਟ ਦਿੱਤੀ ਹੈ, ਕਥਾ ਤੁਰਕ ਕੀ ਬਿਨ ਸਹਸਾਰੀ। ਇਸੇ ਤਰ੍ਹਾਂ ਇਹਨਾਂ ਮਲੇਛਾਂ ਦੀ ਜੜ ਅੱਜ ਤੋਂ ਬਾਅਦ ਸਮਾਪਤ ਹੋ ਗਈ ਹੈ। ਇਹ ਜੜ ਹੁਣ ਅੱਗੇ ਹਰੀ ਨਹੀਂ ਹੋਣੀ। ਤਿਕ ਦਿਨ ਮੈਂ ਹੋਏ ਬਿਨਾਸ਼ਾ। ਬਸ ਕੁਝ ਸਮੇਂ ਤਾਈਂ ਇਹਨਾਂ ਤੁਰਕਾਂ ਦਾ ਰਾਜ ਭਾਗ ਬਿਨਸ ਜਾਏਗਾ, ਬਿਸਮਾਵੈ ਜਗ ਦੇਖ ਤਮਾਸ਼ਾ। ਔਰ ਸਾਰਾ ਜਗਤ ਇਹ ਤਮਾਸ਼ਾ ਵੇਖ ਕੇ ਹੈਰਾਨ ਹੋਵੇਗਾ ਕਿ ਜਿਨ੍ਹਾਂ ਦੇ ਰਾਜ ਭਾਗ ਦੀਆਂ ਅੱਜ ਤੂਤੀਆਂ ਬੋਲਦੀਆਂ ਨੇ, ਇਹਨਾਂ ਦਾ ਰਾਜ ਇੱਕਦਮ ਹੀ ਸਿਮਟ ਕੇ ਸਮਾਪਤ ਹੋ ਜਾਵੇਗਾ। ਸਾਰਾ ਸੰਸਾਰ ਵੇਖ ਕੇ ਹੈਰਾਨ ਹੋਵੇਗਾ। ਦਿਓ ਸਰਾਪ ਗੁਰ ਕੁਪੇ ਕਨੇਰੇ। ਬਾਦਸ਼ਾਹ ਬੇਰਸ ਵਿੱਚ ਆਏ, ਸਰਾਪ ਦਿੱਤਾ ਮਹਾਰਾਜ ਕਲਗੀਧਰ ਸੁਆਮੀ ਨੇ ਇਹਨਾਂ ਮਲੇਛਾਂ ਨੂੰ। ਰਾਜ ਤੇਜ ਕੋ ਮੂਲ ਉਖੇਰੇ। ਇਹਨਾਂ ਦੇ ਰਾਜ ਤੇਜ ਪ੍ਰਤਾਪ ਨੂੰ ਮਹਾਰਾਜ ਜੀ ਨੇ ਮੂਲੋਂ ਪੁੱਟ ਦਿੱਤਾ। ਔਰ ਸਰਹੰਦ ਮੈਂ ਪਾਪ ਕਨੇਰਾ। ਔਰ ਬਚਨ ਕੀਤਾ ਸਰਹੰਦ ਨਗਰ ਵਿੱਚ ਬੜਾ ਪਾਪ ਹੋਇਆ ਹੈ, ਜਿੱਥੇ 7 ਸਾਲ ਤੇ 9 ਸਾਲ ਦੇ ਬੱਚਿਆਂ ਦਾ ਖੂਨ ਰੋੜਿਆ ਗਿਆ ਹੈ। ਉਜਰ ਜਾਹੇ ਲੈ ਕਸ਼ਟ ਬਡੇਰਾ। ਉਜੜ ਜਾਏਗੀ ਇਹ ਗੁਰੂ ਮਾਰੀ ਹੈ ਸਰਹੰਦ, ਇਹ ਸਰਹੰਦ ਉਜੜ ਜਾਏਗੀ, ਇਹ ਗੁਰੂ ਮਾਰੀ ਹੈ। ਸਿੱਖ ਹਮਾਰੇ ਮਾਰ ਉਜਾਰ ਹੈ। ਸਾਡੇ ਸਿੱਖ ਹੋਣਗੇ ਇਸ ਸਰਹੰਦ ਨੂੰ ਮਾਰ ਕੇ ਉਜਾੜ ਕੇ ਤਹਿਸ ਨਹਿਸ ਕਰ ਦੇਣਗੇ। ਛੀਨ ਰਾਜ ਧਨ ਵਹਿਰ ਨਿਕਾਰ। ਔਰ ਇਹਨਾਂ ਕੋਲੋਂ ਰਾਜ ਭਾਗ ਖੋ ਕੇ ਧੱਕੇ ਮਾਰ ਕੇ ਕੱਢ ਦੇਣਗੇ। ਦੋਹਰਾ ਸੁਨਿਓ ਸਰਾਪ ਗੁਰ ਤੇਜਬੈ। ਬਿਸਮਿਓ ਕੱਲਾ ਰਾਏ। ਇਸ ਦੀ ਇੱਟ ਨਾਲ ਇੱਟ ਖੜਕਾਏਗਾ ਮੇਰਾ ਖਾਲਸਾ। ਹੁਣ ਤਾਈਂ ਵੀ ਗੁਰੂ ਖਾਲਸਾ ਜੀ ਸਰਹੰਦ ਸਟੇਸ਼ਨ ਤੋਂ ਬਹੁਤ ਸਾਰੇ ਪੁਰਾਤਨ ਸਿੰਘ ਇੱਟਾਂ ਚੁੱਕਦੇ ਨੇ ਔਰ ਜਾ ਕੇ ਸਤਲੁਜ ਦਰਿਆ 'ਚ ਸੁੱਟ ਕੇ ਆਉਂਦੇ ਆ। ਹਾਲੇ ਤੱਕ ਹੁਣ ਤੱਕ ਵੀ ਇਹ ਮਰਿਆਦਾ ਰਹੀ ਪੁਰਾਤਨ ਸਮੇਂ ਵਿੱਚ। ਹੁਣ ਤਾਂ ਹੌਲੇ ਹੌਲੇ ਕਰਕੇ ਬਹੁਤ ਸਾਰੀਆਂ ਰੀਤੀਆਂ ਜਿਹੜੀਆਂ ਨੇ ਉਹ ਸਮਾਪਤ ਹੋ ਗਈਆਂ ਨੇ। ਅਸੀਂ ਆਪ ਖੁਦ ਵੇਖਦੇ ਰਹੇ ਹਾਂ, ਜਦੋਂ ਹੋਲੇ ਮਹੱਲੇ ਤੇ ਸਿੰਘਾਂ ਨੇ ਜਾਣਾ, ਸਰਹੰਦ ਸਟੇਸ਼ਨ ਤੋਂ ਗੱਡੀ ਲੰਘਣੀ, ਭੱਜ ਇੱਟਾਂ ਜਿਹੜੀਆਂ ਉੱਥੇ ਬੜੀਆਂ ਨਿੱਕੀਆਂ ਇੱਟਾਂ ਸਟੇਸ਼ਨ ਤੇ ਖਿਲਰੀਆਂ ਹੁੰਦੀਆਂ, ਉਹ ਲਿਆ ਕੇ ਫਿਰ ਅੱਗੇ ਜਦੋਂ ਦਰਿਆ ਆਉਣਾ ਸਤਲੁਜ ਉਹਦੇ 'ਚ ਸੁੱਟਣੀਆਂ। ਪਾਤਸ਼ਾਹ ਨੇ ਬਚਨ ਕੀਤਾ, ਕਹਿੰਦੇ ਸਾਡੇ ਸਰਹੰਦ ਨਗਰ ਨੂੰ ਸਾਡੇ ਸਿੰਘ ਉਜਾੜ ਕੇ ਇੱਥੇ ਹਲ ਵਾਉਣਗੇ। ਰਾਜ ਭਾਗ ਮਹਿਲਾਂ ਜਿਹੜੇ ਕਿਲੇ ਨੇ ਇਹਨਾਂ ਦੇ ਪੁੱਟ ਕੇ ਉੱਥੇ ਹਲ ਵਾਉਣਗੇ ਸਾਡੇ ਸਿੰਘ। ਇਹ ਬਚਨ ਮਹਾਰਾਜ ਜੀ ਦੇ ਹੋਏ। ਮੈਂ ਸੰਗੀ ਤੁਰ ਕਾਨ ਕੋ ਤਿਨਹੋ ਸੰਗ ਜੜ ਜਾਏ। ਹੁਣ ਰਾਏ ਕੱਲਾ ਵੀ ਮੁਸਲਮਾਨ ਸੀ, ਉਹ ਵੀ ਕੋਲ ਬੈਠਾ ਸੀ। ਉਹ ਇੱਕਦਮ ਭੈ ਪੀਤ ਵੀ ਹੋਇਆ ਵੀ ਇਹ ਤਾਂ ਬਚਨ ਸਾਰੇ ਤੁਰਕਾਂ ਵਾਸਤੇ ਹੋ ਗਿਆ। ਉਹਨੇ ਆਖਿਆ ਮਹਾਰਾਜ ਮੈਂ ਵੀ ਉਹਨਾਂ ਤੁਰਕਾਂ ਦਾ ਸੰਗੀ ਹਾਂ, ਮੇਰਾ ਵੀ ਉਹਨਾਂ ਦੇ ਨਾਲ ਮਹਾਰਾਜ ਜੀ ਸੰਬੰਧ ਹੈ। ਚੌਪਈ ਰਹਿਓ ਸਮੀਪ ਨਹੀਂ ਕਰ ਜੋਰੇ। ਔਰ ਕਹਿੰਦੇ ਉਦੋਂ ਕੋਲ ਨਹੀਂ ਸੀ ਉਹ ਜਦੋਂ ਮਹਾਰਾਜ ਜੀ ਬਚਨ ਕਰ ਰਹੇ ਸਨ।
ਇੱਕਦਮ ਥੋੜਾ ਜਿਹਾ ਪਾਸੇ ਸੀ, ਇਹਨੇ ਨੂੰ ਬਚਨ ਹੋ ਗਏ। ਫਿਰ ਉਹ ਮਹਾਰਾਜ ਜੀ ਦੇ ਕੋਲ ਆਇਆ ਤੇ ਹੱਥ ਜੋੜੇ। ਨਹਿ ਬਖਸ਼ਾਇਓ ਗੁਰੂ ਨੇ ਹੋਰੇ। ਉਦੋਂ ਮਹਾਰਾਜ ਜੀ ਦੇ ਕੋਲ ਉਹਨੇ ਬਖਸ਼ਾਇਆ ਨਹੀਂ। ਜਦੋਂ ਮਹਾਰਾਜ ਜੀ ਬਚਨ ਕਰ ਰਹੇ ਸੀ ਉਦੋਂ ਦੇਵਨੇਤ ਜਿਵੇਂ ਉੱਠ ਕੇ ਨਹੀਂ ਬੰਦਾ ਸੱਜੇ ਖੱਬੇ ਹੁੰਦਾ, ਉਹ ਕਿਤੇ ਧਿਆਨ ਉਹਦਾ ਇੱਧਰ ਉੱਧਰ ਹੋ ਗਿਆ। ਤੇ ਜਿਸ ਵੇਲੇ ਪਾਤਸ਼ਾਹ ਜੀ ਇਹ ਬਚਨ ਕਰ ਰਹੇ ਸਨ ਉਦੋਂ ਹੀ ਉਹਨੇ ਹੱਥ ਜੋੜ ਕੇ ਨਹੀਂ ਬਖਸ਼ਾਇਆ। ਅਬ ਭੀ ਸਮੋਲਿਓ ਬਖਸ਼ਾਏ। ਸੋਚਦਾ ਹੁਣ ਵੀ ਸਮਾਂ ਅਜੇ ਕਿਹੜਾ ਕੁਝ ਹੋ ਗਿਆ, ਗੁਰੂ ਸਾਹਿਬ ਬੈਠੇ ਨੇ, ਮੈਂ ਬਖਸ਼ਾ ਲਵਾਂ। ਇਮ ਨਿਸ਼ਚੈ ਮਨ ਮਹਿ ਠਹਿਰਾਏ। ਇਹ ਤਾਂ ਆਪਣੇ ਮਨ ਚ ਰਾਏ ਕੱਲੇ ਨੇ ਨਿਸ਼ਚਾ ਕੀਤਾ। ਉਠਿਓ ਸਭਾ ਤੇ ਜੁਗ ਕਰ ਜੋਰੇ। ਹੱਥ ਜੋੜ ਕੇ ਉੱਠ ਖਲੋਤਾ ਮਹਾਰਾਜ ਜੀ ਦੀ ਸਭਾ ਵਿੱਚ। ਸ੍ਰੀ ਪ੍ਰਭ ਕਿਰਪਾ ਕਰੋ ਮਮ ਓਰੇ। ਏ ਪ੍ਰਭੂ ਮੈਂ ਤੁਹਾਡਾ ਸੇਵਕ ਹਾਂ, ਤੁਹਾਡਾ ਦਾਸ ਹਾਂ, ਮੇਰੇ ਤੇ ਕਿਰਪਾ ਕਰੋ। ਦਾਸ ਕਦੀਮੀ ਰਾਵਰ ਕੇਰਾ। ਮੈਂ ਮੁੱਢ ਕਦੀਮੀ ਤੁਹਾਡਾ ਸੇਵਕ ਹਾਂ ਸਤਿਗੁਰੂ ਜੀ। ਤੁਹਾਡੇ ਦਰ ਘਰ ਦਾ ਮੁੱਲ ਖਰੀਦਿਆ ਗੋਲਾ ਲਾਲਾ ਹਾਂ। ਤੁਰਕਨ ਸਨ ਕਿਛ ਹਿਤ ਰਹਿ ਮੇਰਾ। ਇਹਨਾਂ ਤੁਰਕਾਂ ਮਲੇਛਾਂ ਨਾਲ ਮੇਰਾ ਕੋਈ ਹਿੱਤ ਨਹੀਂ ਹੈ। ਤਿਨ ਕੇ ਸਾਥ ਨਾ ਮੋਹੇ ਮਿਲਾਓ। ਮਹਾਰਾਜ ਮੈਂ ਵੀ ਮੁਸਲਮਾਨ ਤਨ ਵਿੱਚੋਂ ਹਾਂ, ਮੈਨੂੰ ਇਹਨਾਂ ਦੇ ਨਾਲ ਨਾ ਰਲਾਓ। ਆਪਣਾ ਸ਼ਰਾਪ ਤੇ ਪ੍ਰਥਕ ਬਚਾਓ। ਮੈਨੂੰ ਇਹਨਾਂ ਤੋਂ ਵੱਖਰਾ ਕਰਕੇ ਬਚਾਓ ਗਰੀਬ ਨਵਾਜ ਜੀ। ਸ੍ਰੀ ਗੁਰ ਕਹੈ ਪ੍ਰਥਮ ਕੇ ਸਮੋ। ਕਿਉਂਕਿ ਇਹਦਾ ਵੀ ਰਾਜ ਸੀ ਨਾ, ਇਹ ਚੌਧਰੀ ਸੀ। ਮਹਾਰਾਜ ਜੀ ਨੇ ਕਿਹਾ ਸਾਰਾ ਰਾਜ ਜਾਏਗਾ ਇਹਨਾਂ ਦਾ, ਮਲੇਰੀਆਂ ਦਾ ਰਹਿ ਜਾਏਗਾ। ਇਹ ਵੀ ਰਾਜਾ ਸੀ ਉੱਥੋਂ ਦੇ ਇਲਾਕੇ ਦਾ, ਰਾਏਕੋਟ ਦੇ ਇਲਾਕੇ ਦਾ। ਕਹਿਣ ਲੱਗਾ ਮਹਾਰਾਜ ਕਿਰਪਾ ਕਰੋ ਮੇਰਾ ਵੀ ਰਾਜ ਬਖਸ਼ ਦਿਓ, ਮੈਨੂੰ ਨਾ ਮਲੇਛਾਂ ਦੇ ਨਾਲ ਨਾ ਰਲਾਓ। ਆਪਣੇ ਹੇਤ ਕਹਿਣ ਥੋ ਹਮੋ। ਮਹਾਰਾਜ ਸੱਚੇ ਪਾਤਸ਼ਾਹ ਮੈਂ ਆਪਣੇ ਹੇਤ ਲਈ ਆਪ ਜੀ ਨੂੰ ਬੇਨਤੀ ਕਰਦਾ। ਕਲਗੀਧਰ ਜੀ ਕਹਿੰਦੇ ਰਾਏ ਜੀ ਤੁਸੀਂ ਪਹਿਲਾਂ ਕਿਉਂ ਨਹੀਂ ਬੋਲੇ? ਦੇਤ ਸ਼ਰਾਪ ਕੋ ਲੇਤ ਬਚਾਏ। ਜੇ ਤੁਸੀਂ ਪਹਿਲਾਂ ਬੋਲਦੇ ਤੇ ਅਸੀਂ ਤੁਹਾਨੂੰ ਬਚਾ ਲੈਂਦੇ। ਤੁਰਕਨ ਗਨ ਤੇ ਪ੍ਰਥਕ ਬਣਾਏ। ਉਹਨਾਂ ਬਾਕੀ ਮਲੇਛਾਂ ਤੋਂ ਤੁਹਾਨੂੰ ਵੱਖਰਾ ਕਰਕੇ ਬਣਾ ਲੈਂਦੇ। ਸੁਨਤ ਰਾਏ ਕੱਲੇ ਤਬ ਕਹਿਓ। ਸੁਣ ਕੇ ਰਾਏ ਕੱਲੇ ਨੇ ਫਿਰ ਹੱਥ ਜੋੜੇ। ਕਹਿਣ ਲੱਗਾ ਸਤਿਗੁਰੂ ਜੀ ਨੂੰ ਇਤੋ ਕੋਪ ਮੈਂ ਨਾਹਿਨ ਲਹਿਓ। ਕਹਿਣ ਲੱਗਾ ਮਹਾਰਾਜ ਆਪ ਜੀ ਬੀ ਰਸ ਵਿੱਚ ਸੀ, ਮੇਰੇ ਕੋਲ ਬੋਲਿਆ ਨਹੀਂ ਗਿਆ। ਅਬ ਭੀ ਸ਼ਰਨ ਪਰੇ ਕੀ ਰਾਖੋ। ਪਾਤਸ਼ਾਹ ਹੁਣ ਵੀ ਮੈਂ ਤੁਹਾਡੀ ਸ਼ਰਨ ਵਿੱਚ ਹਾਂ, ਕਿਰਪਾ ਕਰੋ ਮਹਾਰਾਜ ਮੈਨੂੰ ਰੱਖ ਲਓ। ਦਾਸ ਜਾਨ ਬਖਸ਼ਨ ਅਬੇ ਲੱਖੋ। ਮੈਨੂੰ ਆਪਣਾ ਦਾਸ ਜਾਣ ਕਰਕੇ ਗਰੀਬ ਨਵਾਜ ਜੀ ਬਖਸ਼ ਲਓ, ਰੱਖ ਲਓ। ਤੇਰ ਰਾਜ ਤੇਜ ਰੱਖ ਲੀਜੈ। ਮਹਾਰਾਜ ਮੇਰਾ ਰਾਜ ਤੇਜ ਵੀ ਰੱਖ ਲਓ, ਕਿਉਂਕਿ ਤੁਸੀਂ ਬਚਨ ਕੀਤਾ ਸਾਰੇ ਤੁਰਕਾਂ ਦਾ ਰਾਜ ਜਾਏਗਾ। ਮੈਂ ਵੀ ਰਾਏਕੋਟ ਦਾ ਰਾਜਾ, ਫਿਰ ਮੇਰਾ ਵੀ ਜਾਏਗਾ ਰਾਜ। ਤਾਂ ਕਿਰਪਾ ਕਰੋ ਮਹਾਰਾਜ ਮੇਰਾ ਰਾਜ ਤੇ ਤੇਜ ਆਪ ਜੀ ਕਿਰਪਾ ਕਰਕੇ ਰੱਖ ਲਓ। ਪਰਿਓ ਸ਼ਰਨ ਅਬ ਕਰੁਣਾ ਕੀਜੈ। ਏ ਸੁਆਮੀ ਜੀ ਕਿਰਪਾ ਕਰੋ ਮੈਂ ਤੁਹਾਡੀ ਸ਼ਰਨ ਵਿੱਚ ਹਾਂ। ਤੁਨ ਸ਼੍ਰੀ ਗੁਰ ਤੇ ਸੰਗ ਬਖਾਨਾ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਫਿਰ ਬੋਲੇ ਰਾਏ ਕੱਲਾ ਜੀ ਨੂੰ ਕਹਿਣ ਲੱਗੇ ਮਿਟ ਕੇ ਮਸਕ ਹੈ ਜੇ ਸੱਚ ਹੋਏ ਜਾਨਾ। ਮਹਾਰਾਜ ਜੀ ਕਹਿੰਦੇ ਰਾਏ ਕੱਲਾ ਜੀ ਹੁਣ ਤਾਂ ਰਾਜ ਜਾਣਾ ਹੀ ਹੈ ਤੁਰਕਾਂ ਦਾ, ਸਾਰਿਆਂ ਦਾ। ਮਲੇਰੀਆਂ ਦਾ ਹੀ ਕੇਵਲ ਬਚਨ ਹੈ, ਉਹੀ ਬਚਨ ਹੋਇਆ। ਹੁਣ ਇਹ ਭਲਾ ਕਿਵੇਂ ਮਿਟ ਸਕਦਾ ਜੋ ਬਚਨ ਹੋ ਗਿਆ ਹੈ? ਹੋਣਹਾਰ ਤੁਰਕਨ ਘਰ ਖੋਵਾ। ਇਸੇ ਹੋਣਹਾਰੀ ਨੇ ਇਹਨਾਂ ਮਲੇਛਾਂ ਦੇ ਰਾਜ ਨੂੰ ਖੋਣਾ ਹੈ। ਇਤੇ ਅਪਰਾਧ ਕਰਤ ਹੀ ਜੋਵਾ। ਜਿਨ੍ਹਾਂ ਨੇ ਨਿਤ ਅਪਰਾਧ ਕੀਤੇ ਨੇ, ਨਿਤ ਹੀ ਜ਼ੁਲਮ ਕੀਤੇ ਹਨ। ਨਹੀਂ ਨਗਾਰ ਬੰਦ ਕੋ ਰਹੈ। ਇਹਨਾਂ ਮਲੇਛਾਂ ਦਾ ਕੋਈ ਨਗਾਰ ਬੰਦ ਨਹੀਂ ਰਹੇਗਾ, ਕੋਈ ਨਗਾਰਚੀ ਨਹੀਂ ਰਹੇਗਾ। ਤੇਜ ਛੀਨਤਾ ਨਿਤ ਪ੍ਰਤ ਲਹੈ। ਇਹਨਾਂ ਦਾ ਤੇਜ, ਇਹਨਾਂ ਦਾ ਰਾਜ ਭਾਗ ਸਭ ਛੀਣ ਹੋ ਜਾਵੇਗਾ, ਸਮਾਪਤ ਹੋ ਜਾਵੇਗਾ। ਅਬ 21 ਕੋਸਨ ਰਾਜ। ਹੁਣ ਇਹਨਾਂ ਤੁਰਕਾਂ ਦਾ 2100 ਕੋਹਾਂ ਤੱਕ ਰਾਜ ਹੈ। 2100 ਕੋਹ ਦਾ ਫੈਸਲਾ ਜਿਹਦੇ ਵਿੱਚ ਤੁਰਕ ਰਾਜ ਕਰਦੇ ਨੇ। ਚੱਕਰਵਰਤ ਕੋ ਸਿਰ ਪਰ ਤਾਜ। ਔਰ ਇਹਨਾਂ ਦੇ ਸਿਰ ਦੇ ਉੱਤੇ ਨਰੰਗੇ ਵਰਗੇ ਪਾਪੀਆਂ ਦੇ ਸਿਰ ਤੇ ਚੱਕਰਵਰਤੀ ਪਾਤਸ਼ਾਹੀ ਦਾ ਰਾਜ ਹੈ। ਥੋੜੇ ਦਿਨ ਮੈਂ ਇਮ ਹੋਏ ਹਾਨਾ। ਪਰ ਥੋੜੇ ਦਿਨਾਂ ਵਿੱਚ ਇਹਨਾਂ ਦਾ ਇਸ ਤਰ੍ਹਾਂ ਨਾਸ਼ ਹੋ ਜਾਏਗਾ ਨੀਠ ਨੀਠ ਜਿਨ ਕੀ ਗੁਜ਼ਰਾਨਾ। ਕਿ ਇਹਨਾਂ ਨੂੰ ਹੱਥ ਤੱਡ ਕੇ ਰੋਟੀ ਵੀ ਭੀਖ ਮੰਗ ਮੰਗ ਖਾਣੀ ਪਏਗੀ, ਜਿਹੜੇ ਅੱਜ ਰਾਜੇ ਸਦਾਉਂਦੇ ਆ। ਔਰੰਗੇ ਦੀ ਕਬਰ ਦੇ ਉੱਤੇ ਬੈਠਾ ਮਸਕੀਨ ਜੀ ਕਹਿੰਦੇ ਮੈਂ ਗਿਆ, ਉੱਥੇ ਉਹ ਮੰਗਣ ਵਾਲਾ ਬੈਠਾ, ਕਹਿੰਦਾ ਜੀ ਕੁਝ ਦੇ ਦਿਓ। ਔਰੰਗੇ ਦੀ ਕਬਰ ਦੇ ਉੱਤੇ ਦੀਵਾ ਜਗਾਉਣਾ, ਤੇਲ ਜੋਗੇ ਪੈਸੇ ਕੋਈ ਨਹੀਂ। ਤੇ ਜਿਨ੍ਹਾਂ ਨੂੰ ਸ਼ਹੀਦ ਕੀਤਾ ਉਹਨਾਂ ਦੇ ਦਰ ਘਰ ਤੇ ਆ ਕਰਕੇ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਹਜ਼ਾਰਾਂ ਲੋਕ ਆ ਕੇ ਦਾਨ ਮੰਗਦੇ ਨੇ।
ਸਤਿ ਸ੍ਰੀ ਅਕਾਲ। ਮਹਾਰਾਜ ਦਸਵੇਂ ਪਾਤਸ਼ਾਹ ਦੇ ਬਚਨ ਨੇ, ਕਹਿੰਦੇ ਇਹਨਾਂ ਨੂੰ ਤਾਂ ਭੀਖ ਮੰਗਣਾ ਪੈਣਾ ਜਿਹੜੇ ਅੱਜ ਚੱਕਰਵਰਤੀ ਰਾਜੇ ਕਹਾਉਂਦੇ ਨੇ। ਜਿਹੇ ਸਰਹੰਦ ਮੈਂ ਸਾਹਿਬ ਤੇ ਜ਼ਾਦੇ, ਜਿਸ ਸਰਹੰਦ ਸ਼ਹਿਰ ਦੇ ਵਿੱਚ, ਜਿਸ ਨੂੰ ਬਾਵਨੀ ਸਰਹੰਦ ਕਹਿੰਦੇ ਨੇ, ਸਾਡੇ ਸਾਹਿਬਜ਼ਾਦਿਆਂ ਨੂੰ ਕਰੀ ਅਵਗਿਆ ਤੁਰਕਨ ਬਾਦੇ। ਸ਼ਹੀਦ ਕੀਤਾ ਹੈ, ਉਹਨਾਂ ਦੀ ਅਵਗਿਆ ਕੀਤੀ ਆ ਮਲੇਛਾਂ ਨੇ ਵਾਦ ਕਰਕੇ। ਵੱਡੀ ਬਸ ਹੈ ਕੋਸਨ ਲਗ ਜੋਈ, ਜਿਹੜੀ ਬੜੇ ਕੋਹਾਂ ਤੱਕ ਵਸਦੀ ਹੈ ਸਰਹੰਦ ਨਗਰੀ, ਧਨੀ ਕਨੀ ਮਹਿਲਾਇਤ ਹੋਈ। ਔਰ ਜਿਹੜੀ ਬੜੀ ਧਨੀ ਕਹੀ ਜਾਂਦੀ ਆ ਵੀ ਸਰਹੰਦ ਸ਼ਹਿਰ 'ਚ ਬੜੇ ਬੜੇ ਅਮੀਰ ਲੋਕ ਨੇ। ਸਕਲ ਸਦਨ ਕੀ ਜਰਾ ਉਖਰ ਹੈ, ਇਸ ਸਰਹੰਦ ਸ਼ਹਿਰ ਦੀਆਂ ਜੜਾਂ ਪੁੱਟ ਦੇਗਾ ਮੇਰਾ ਖਾਲਸਾ। ਖੇਤੀ ਬਾਹਨ ਬੋਵਨ ਕਰ ਹੈ, ਔਰ ਇੱਥੇ ਖੇਤੀ ਵਾਹ ਕੇ ਤੇ ਜ਼ਮੀਨ 'ਚ ਫਸਲ ਬੀਜੇਗਾ ਮੇਰਾ ਖਾਲਸਾ। ਇਸ ਸਰਹੰਦ ਨੂੰ ਉਜਾੜ ਕੇ ਜੜੋਂ ਪੁੱਟ ਕੇ ਜਿਹੜੇ ਵੱਡੇ ਵੱਡੇ ਕਿਲੇ ਬਣੇ ਨੇ, ਉੱਥੇ ਬੈਲਾਂ ਨਾਲ ਹਲ ਵਾਹ ਕੇ ਮੇਰਾ ਖਾਲਸਾ ਇੱਥੇ ਖੇਤੀ ਕਰੇਗਾ। ਇਹ ਬਚਨ ਗੁਰੂ ਕੀ ਧਰਦੇ ਨੇ ਪਾਤਸ਼ਾਹ ਦੇ, ਖਾਲਸੇ ਨੇ ਸਫਲਿਆਂ ਕੀਤੇ। ਹਾਂਜੀ, ਅਸਫਲ ਪ੍ਰਾਪਤ ਪਾਪਨ ਕੇਰਾ, ਇਹੋ ਜਿਹਾ ਫਲ ਇਹਨਾਂ ਆਪਣੇ ਪਾਪਾਂ ਦਾ ਇਹਨਾਂ ਨੂੰ ਪ੍ਰਾਪਤ ਹੋਵੇਗਾ ਮਲੇਛਾਂ ਨੂੰ। ਤੁਰਕ ਰਾਜ ਕੋ ਹੋਏ ਨਿਬੇਰਾ, ਔਰ ਇਹਨਾਂ ਤੁਰਕਾਂ ਦਾ ਰਾਜ ਭਾਗ ਨਿਬੜ ਜਾਏਗਾ। ਦੋਏ ਬਾਰ ਕਹਿ ਕੱਲਾ ਰਾਊ, ਏਦਾਂ ਰਾਏ ਕੱਲੇ ਨੇ 2 ਵਾਰ ਸਤਿਗੁਰਾਂ ਨੂੰ ਬੇਨਤੀ ਕੀਤੀ, ਮਹਾਰਾਜ ਮੇਰਾ ਰਾਜ ਭਾਗ ਰਹਿ ਜਾਏ। ਪਰ 2ਵੇਂ ਵਾਰ ਸਤਿਗੁਰੂ ਜੀ ਨੇ ਏਦਾਂ ਜਵਾਬ ਦੇ ਦਿੱਤਾ, ਭਇਓ ਲਚਾਰ ਮਹਾ ਪਛਤਾਊ। ਰਾਏ ਕੱਲਾ ਹੁਣ ਲਾਚਾਰ। ਹੁਣ ਤੀਜੀ ਵਾਰ ਨਹੀਂ ਉਹਨੇ ਮਹਾਰਾਜ ਜੀ ਨੂੰ ਕਿਹਾ ਵੀ ਜੇ ਤੀਜੀ ਵਾਰ ਵੀ ਬਚਨ ਹੋ ਗਿਆ ਫਿਰ ਔਖਾ ਹੋ ਜਾਣਾ। ਇਸ ਕਰਕੇ ਤੀਜੀ ਵਾਰ ਹੁਣ ਮਨ ਦੇ ਵਿੱਚ ਪਛਤਾਵਾ ਵੀ ਕਰਦਾ ਕਿ ਮੈਂ ਪਹਿਲਾਂ ਬੋਲ ਪੈਂਦਾ ਜਦੋਂ ਸਤਿਗੁਰਾਂ ਨੇ ਬਚਨ ਕੀਤਾ ਸੀ ਵੀ ਤੁਰਕਾਂ ਦੀ ਮਲੇਛਾਂ ਦੇ ਰਾਜ ਭਾਗ ਦੀ ਜੜ ਗਈ। ਪਰ ਹੁਣ 2 ਵਾਰੀ ਕਹਿ ਹਟਿਆ ਤੇ ਸਤਿਗੁਰੂ ਜੀ ਨੇ 2ਵੇਂ ਵਾਰੀ ਜਵਾਬ ਦੇ ਦਿੱਤਾ ਤੇ ਲਾਚਾਰ ਹੋ ਕੇ ਪਛਤਾਉਂਦਾ ਹੈ। ਅਬਰ ਇਸ ਮੈਂ ਬਖਸ਼ਤ ਕਿਮ ਫਿਰ ਨਾਹੀ, ਸੋਚਦਾ ਵੀ ਇਸ ਵੇਲੇ ਸਤਿਗੁਰੂ ਜੀ ਵੀਰ ਰਸ ਵਿੱਚ ਨੇ। ਹੁਣ ਜੇ ਮੈਂ ਤੀਜੀ ਵਾਰ ਵੀ ਬੇਨਤੀ ਕੀਤੀ ਤੇ ਇਹਨਾਂ ਨੇ ਫਿਰ ਵੀ ਇਹੀ ਜਵਾਬ ਦੇਣਾ ਹੈ। ਸੰਗ ਚਲੋ ਬੈਠਵ ਨਿਤ ਪਾਹੀ, ਕਹਿੰਦਾ ਹੁਣ ਅੱਗੇ ਜਿੱਥੇ ਜਾਣਗੇ ਨਾਲ ਨਾਲ ਹੀ ਚੱਲਦਾ ਤੇ ਇਹਨਾਂ ਦੇ ਨਾਲ ਹੀ ਰਹਾਂਗਾ, ਨਾਲ ਹੀ ਬੈਠਾਂਗਾ। ਹੋਏ ਪ੍ਰਸੰਨ ਕਿਸ ਬਿਦ ਤੇ ਜਬੈ, ਜਦੋਂ ਇਹਨਾਂ ਦੇ ਨਾਲ ਨਾਲ ਜਾਂਦੇ ਆ, ਜਿੱਥੇ ਪ੍ਰਸੰਨ ਹੋਣਗੇ, ਜਿੱਥੇ ਖੁਸ਼ ਹੋਣਗੇ, ਮਹਾਪੁਰਖ ਬਖਸ਼ੈਂਗੇ ਤਬੈ। ਮਹਾਪੁਰਸ਼ ਨੇ ਆਪੇ ਬਖਸ਼ ਲੈਣਗੇ। ਜੇ ਅੱਜ ਨਹੀਂ ਤਾਂ ਕੱਲ, ਨਹੀਂ ਤਾਂ ਪਰਸੋਂ ਨਾਲ ਨਾਲ ਰਹਾਂਗਾ ਤੇ ਆਪੇ ਕਹਿਣਗੇ ਜਾ ਰਾਏ ਕੱਲੇ ਤੇਰਾ ਰਾਜ ਭਾਗ ਵੀ ਬਖਸ਼ਿਆ। ਇਹਨਾਂ ਨੇ ਤਾਂ ਇੰਨਾ ਹੀ ਕਹਿਣਾ ਨਾ। ਹਾਂਜੀ, ਨਿਜ ਲੋਕਨ ਸਨ ਊਚ ਉਚਾਰਾ, ਰਾਏ ਕੱਲਾ ਆਪਣੇ ਸਿਪਾਹੀਆਂ ਨੂੰ, 300 ਸਿਪਾਹੀ ਇਹਦੇ ਨਾਲ ਰਹਿੰਦੇ ਸੀ, ਉਹਨਾਂ ਨੂੰ ਬੋਲ ਕੇ ਕਹਿੰਦਾ, ਕਲਗੀਧਰ ਜੀ ਦੇ ਕੋਲ ਹੀ ਬੈਠਾ ਆਪਣੇ ਸਿਪਾਹੀਆਂ ਨੂੰ ਕਹਿੰਦਾ, ਗਮਨੋ ਸਦਨ ਕਰਹੋ ਸਭ ਤਿਆਰਾ। ਕਹਿੰਦਾ ਭਾਈ ਏਦਾਂ ਕਰੋ ਵੀ ਘਰ ਜਾਓ ਤੁਸੀਂ ਹੁਣ, ਬਾਲਿਕ ਤ੍ਰੀਮਤ ਸਭ ਲੈ ਆਓ। ਵੀ ਮੇਰੇ ਬੱਚੇ ਨੂੰ, ਬੱਚਿਆਂ ਨੂੰ, ਘਰ ਵਾਲੀ ਨੂੰ, ਜਿੰਨੇ ਵੀ ਸਾਰਿਆਂ ਨੂੰ ਨਾਲ ਲੈ ਆਓ। ਰਾਖੈ ਸੰਗ ਜਹਾਂ ਕਹਿ ਜਾਓ, ਕਿਉਂਕਿ ਹੁਣ ਆਪਣਾ ਵੀ ਟੱਬਰ ਵਾਸੀਆਂ ਵਾਂਗੂ ਡੇਰਾ ਹੋਣਾ। ਜਿੱਥੇ ਕਲਗੀਧਰ ਜਾਣਗੇ ਟੱਬਰ ਲੈ ਕੇ ਨਾਲ ਇਹਨਾਂ ਦੇ ਪਿੱਛੇ ਪਿੱਛੇ ਜਾਵਾਂਗੇ। ਜਿੱਥੇ ਜਾਣਗੇ ਇਹਨਾਂ ਦੇ ਨਾਲ ਹੀ ਜਾਵਾਂਗੇ। ਮੇਰੇ ਪਰਿਵਾਰ ਨੂੰ, ਘਰ ਵਿੱਚ ਜਿੰਨੀਆਂ ਇਸਤਰੀਆਂ ਨੇ ਉਹਨਾਂ ਨੂੰ ਵੀ ਲੈ ਆਓ। ਨਾਹੇ ਤਕੋ ਗਨੀਮ ਚੜ ਆਵੇ, ਕਿਉਂਕਿ ਗੁਰੂ ਸਾਹਿਬ ਦਾ ਤਾਂ ਬਚਨ ਹੋ ਗਿਆ ਵੀ ਰਾਜ ਭਾਗ ਜਾਣਾ ਤੇ ਕੋਈ ਗਨੀਮ, ਕੋਈ ਮਲੇਛ, ਕੋਈ ਜਰਵਾਣਾ ਚੜ ਕੇ ਆ ਗਿਆ, ਛੀਨਹਿ ਦੇਸ਼ ਮਹਾਬਲ ਪਾਵੇ। ਉਹ ਆ ਕੇ ਸਾਡਾ ਰਾਜ ਖੋਵੇਗਾ। ਉਹ ਆ ਕੇ ਸਾਡਾ ਰਾਜ ਖੋ ਕੇ ਸਾਡੇ ਤੇ ਆਪਣਾ ਜ਼ੋਰ ਪਾਵੇਗਾ। ਸਭ ਔਰਤ ਕੀ ਬੇਨੀ ਗਹਿ ਗਹਿ, ਉਦੋਂ ਸਾਡੀਆਂ ਔਰਤਾਂ ਦੀ, ਉਹਨੂੰ ਇਹ ਨਹੀਂ ਸੀ ਪਤਾ ਵੀ ਖਾਲਸੇ ਦਾ ਰਾਜ ਦੀ ਵੀ ਗੱਲ ਗੁਰੂ ਸਾਹਿਬ, ਉਹਨੂੰ ਇਹ ਸੀ ਵੀ ਹੁਣ ਰਾਜ ਭਾਗ ਨਾਸ਼ ਦਾ ਬਚਨ ਹੋਇਆ, ਕੋਈ ਹਮਲਾਵਰ ਆ ਜਾਏਗਾ ਚੜ ਕੇ, ਪਤਾ ਨਹੀਂ ਕੌਣ ਆ ਜਾਏਗਾ। ਬਦਾਲੀ ਵਰਗਿਆਂ ਨੇ ਵੀ ਆਉਣਾ ਸੀ, ਉਹ ਵੀ ਨਿਸ਼ਾਨੀ ਸੀ। ਨਾਦਰ ਵਰਗਿਆਂ ਨੇ ਵੀ ਆਉਣਾ ਸੀ। ਉਹ ਆ ਕੇ ਸਾਡੀਆਂ ਘਰ ਵਾਲੀਆਂ ਨੂੰ ਗੁੱਤਾਂ ਤੋਂ ਫੜ ਕੇ ਉਹਨਾਂ ਨੂੰ ਬੇਪਤ ਕਰਨਗੇ। ਇਹਦੇ ਨਾਲੋਂ ਚੰਗਾ ਵੀ ਪਹਿਲਾਂ ਹੀ ਛੱਡ ਛਡਾ ਕੇ ਆ ਜਾਓ ਕਿਲੇ ਖਾਲੀ ਕਰਕੇ। ਜਿੱਥੇ ਗੁਰੂ ਸਾਹਿਬ ਜਾਣਗੇ ਨਾਲ ਨਾਲ ਟੱਬਰ ਲੈ ਕੇ ਜਾਵਾਂਗੇ। ਵਹਿਰ ਨਿਕਾਰੈ ਦੁਰਬਚ ਕਹਿ ਕਹਿ, ਉਹ ਫਿਰ ਮਾੜੇ ਬਚਨ ਕਹਿ ਕਹਿ ਕੇ ਘਰੋਂ ਕੱਢਣਗੇ। ਇਹਦੇ ਨਾਲੋਂ ਚੰਗਾ ਪਹਿਲਾਂ ਹੀ ਆ ਜਾਈਏ। ਸ਼੍ਰੀ ਸਤਿਗੁਰ ਕੇ ਸੰਗ ਰਹੀ ਜੈ, ਆਪਾਂ ਸਤਿਗੁਰੂ ਜੀ ਦੇ ਨਾਲ ਹੀ ਰਹਾਂਗੇ ਜਿੱਥੇ ਜਾਣਗੇ। ਫਿਰੇ ਥਿਰ ਹੋ ਗਮਨੈ ਗਮਨੀ ਜੈ, ਜਿੱਥੇ ਰੁਕਣਗੇ ਉੱਥੇ ਰੁਕਾਂਗੇ, ਜਿੱਥੇ ਜਾਣਗੇ ਨਾਲ ਜਾਵਾਂਗੇ। ਜਹ ਬਖਸ਼ੈਂਗੇ ਕਰੁਣਾ ਧਾਰ, ਜਿੱਥੇ ਜਾ
ਆ ਕੇ ਬਖਸ਼ ਦੇਣਗੇ, ਇੱਥੇ ਬਖਸ਼ ਦੇਣ ਜਾਂ ਕਿਤੇ ਹੋਰ ਬਖਸ਼ ਦੇਣ। ਕਹਤੇ ਹਟੋ ਬਸਾਵੋ ਨਾਰ, ਉੱਥੋਂ ਫਿਰ ਵਾਪਸ ਹਟ ਕੇ ਆ ਕੇ ਆਪਣੇ ਘਰ ਵਾਲੀਆਂ ਸਮੇਤ ਘਰ ਵਸਾਂਗੇ। ਪਰ ਜਦੋਂ ਤੱਕ ਗੁਰੂ ਜੀ ਨਹੀਂ ਬਖਸ਼ਣਗੇ ਆਪਣਾ ਬੋਰੀ ਡੰਡਾ ਚੁੱਕ ਲੋ, ਨਾਲ ਹੀ ਜਿੱਥੇ ਜਾਣਗੇ ਨਾਲ ਨਾਲ ਹੀ ਚੱਲਾਂਗੇ। ਅਸ ਕਹਿ ਬੋ ਸੁਨ ਕਰ ਗੁਰ ਕਾਨ, ਏਦਾਂ ਜਦੋਂ ਇਹ ਬੋਲਦਾ ਸੀ ਕਲਗੀਧਰ ਜੀ ਕੋਲ ਹੀ ਬੈਠੇ ਸੁਣਦੇ ਸਨ। ਅਮਰੇ ਬਚਨ ਪ੍ਰਤੀਤ ਮਹਾਨ, ਬਾਦਸ਼ਾਹ ਨੇ ਵੇਖਿਆ ਵੀ ਰਾਏ ਕੱਲੇ ਨੂੰ ਸਾਡੇ ਬਚਨਾਂ ਤੇ ਪ੍ਰਤੀਤ ਕਿੰਨੀ ਹੈ। ਉਹਨੂੰ ਇਹ ਪ੍ਰਤੀਤ ਹੈ ਵੀ ਜੇ ਕਹਿ ਦਿੱਤਾ ਗੁਰੂ ਸਾਹਿਬ ਨੇ ਤੇ ਰਾਜ ਭਾਗ ਨਸ਼ਟ ਹੋਣਾ ਹੈ। ਕਿੰਨੀ ਪ੍ਰਤੀਤ ਹੈ। ਮਹਾਰਾਜ ਜੀ ਨੇ ਵੇਖਿਆ, ਰਾਏ ਕੱਲਾ ਜੀ ਦੀ ਭਾਵਨਾ ਵੇਖੀ, ਦਇਆ ਸਿੰਧ ਤਬ ਦਇਆ ਢਰੇ ਤੇ ਹੈ। ਦਇਆ ਦੇ ਸਮੁੰਦਰ ਸਤਿਗੁਰੂ ਫਿਰ ਦਇਆ ਦੇ ਰਸ ਵਿੱਚ ਆ ਗਏ। ਰਾਏ ਕੱਲੇ ਨੇ ਜਦੋਂ ਕਹਿੰਦਾ ਸੀ ਨਾ ਵੀ ਆਪਾਂ ਨਾਲ ਹੀ ਚੱਲਦੇ ਆਂ, ਤੇ ਕਲਗੀਧਰ ਜੀ ਨੇ ਵੇਖਿਆ ਵੀ ਸਾਡੇ ਬਚਨਾਂ ਤੇ ਭਰੋਸਾ ਹੈ, ਪ੍ਰਤੀਤ ਹੈ। ਕਿਉਂਕਿ ਹਾਲੇ ਕਿ ਉਸ ਵੇਲੇ ਤਾਂ ਰੰਗੇ ਦਾ ਰਾਜ ਸੀ, ਕਿਹਨੂੰ ਪਤਾ ਸੀ ਵੀ ਇਹਦਾ ਵੀ ਰਾਜ ਖਤਮ ਹੋ ਜਾਣਾ। ਪਰ ਉਹਨੂੰ ਪਤਾ ਸੀ ਰਾਏ ਕੱਲੇ ਨੂੰ ਵੀ ਗੁਰੂ ਸਾਹਿਬ ਕਹਿ ਰਹੇ ਨੇ ਤੇ ਖਤਮ ਹੋਵੇਗਾ। ਤਾਂ ਉਸ ਵਕਤ ਇਹਨੇ ਆਪਣੀ ਭਾਵਨਾ ਨੂੰ ਵਿਅਕਤ ਕੀਤਾ। ਕਲਗੀਧਰ ਜੀ ਨੇ ਜਾਣਿਆ ਹਿਤ ਬਖਸ਼ਨ ਕੇ ਬਚਨ ਕਰੇ ਹੈ, ਮਹਾਰਾਜ ਜੀ ਨੇ ਇਹਨੂੰ ਬਖਸ਼ਣ ਵਾਸਤੇ ਬਚਨ ਉਚਾਰਨ ਕੀਤੇ। ਚੋਰਾਵਾਰੀ ਕਰਤ ਹੈ ਰਾਏ, ਮਹਾਰਾਜ ਜੀ ਕਹਿੰਦੇ ਭਾਈ ਜਿਹੜਾ ਜੋਰਾਵਰੀ ਕਰੇਗਾ ਜੜ ਆਪਣੀ ਰਾਖਨ ਕੇ ਦਾਏ। ਬਾਦਸ਼ਾਹ ਕਹਿੰਦੇ ਰਾਏ ਕੱਲਾ ਜੀ ਤੂੰ ਆਪਣੀ ਜੜ ਰੱਖਣ ਵਾਸਤੇ ਇਹ ਜੋਰਾਵਰੀ ਕਰ ਰਿਹਾ, ਹੁਣ ਧੱਕਾ ਹੀ ਕਰ ਰਿਹਾ ਵੀ ਤੇਰੀ ਜੜ ਰਹਿ ਜੇ ਰਾਜ ਭਾਗ ਦੀ। ਆਸ ਤਰਨ ਕੇ ਧਰ ਤਰਵਾਰ, ਕਹਿੰਦੇ ਚੰਗਾ ਫਿਰ ਜੇ ਤੇਰੀ ਇਹ ਜਿੱਦ ਹੈ ਤੇ ਪੂਰੀ ਕਰ ਦਿੰਨੇ ਆ ਅਸੀਂ। ਮਹਾਰਾਜ ਜੀ ਦੇ ਸਰਾਣੇ ਥੱਲੇ ਨਾ ਉੱਚ ਦੇ ਪੀਰ ਬਣੇ ਜਿਹੜੇ ਪਲੰਗੇ ਤੇ ਸ਼ਸਤਰ ਨਹੀਂ ਛੱਡਿਆ। ਸ਼ਸਤਰ ਮਹਾਰਾਜ ਜੀ ਦੇ ਸਰਾਣੇ ਥੱਲੇ ਤਲਵਾਰ ਸੀ ਗੁਪਤ ਰੱਖੀ ਹੋਈ। ਉਹ ਤਲਵਾਰ ਸਤਿਗੁਰੂ ਜੀ ਨੇ ਕੱਢੀ, ਤਹਤੇ ਸ਼੍ਰੀ ਪ੍ਰਭ ਲਈ ਨਿਕਾਰ, ਤੇ ਤਲਵਾਰ ਕੱਢ ਕੇ ਕਿਰਪਾਨ ਪਾਤਸ਼ਾਹ ਜੀ ਨੇ ਨਿਜ ਕਰ ਮੈਂ ਧਰ ਬਾਕ ਬਖਾਨਾ, ਔਰ ਆਪਣੇ ਹੱਥ ਵਿੱਚ ਫੜੀ ਹੋਈ ਬੋਲੇ ਤੁਝ ਕੋ ਬਖਸ਼ੈ ਚਾਰ ਕਿਰਪਾਨਾ। ਮਹਾਰਾਜ ਸੱਚੀ ਪਾਤਸ਼ਾਹ ਕਹਿੰਦੇ ਰਾਏ ਕੱਲਾ ਜੀ ਆ ਸੋਹਣੀ ਕਿਰਪਾਨ ਅਸੀਂ ਤੁਹਾਨੂੰ ਬਖਸ਼ਣ ਲੱਗੇ ਹਾਂ। ਜਬ ਲਗ ਰਖੋ ਅਦਬ ਇਸ ਕੇਰਾ, ਜਦੋਂ ਤੱਕ ਇਸ ਕਿਰਪਾਨ ਦਾ ਤੁਸੀਂ ਅਦਬ ਰੱਖੋਗੇ, ਜਦੋਂ ਤੱਕ ਇਸ ਕਿਰਪਾਨ ਦਾ ਅਦਬ ਤੇ ਸਤਕਾਰ ਰੱਖੋਗੇ, ਰਹਿ ਬੰਸ ਹੋਏ ਰਾਜ ਬਡੇਰਾ, ਉਦੋਂ ਤੱਕ ਤੁਹਾਡੀ ਬੰਸ ਵਿੱਚ ਰਾਜ ਰਹੇਗਾ, ਤੇਜ ਰਹੇਗਾ। ਨਹਿ ਪੂਜੋ ਸਨਮਾਨ ਹੋ ਨਾਹੀ, ਪਰ ਜੇ ਤੁਸੀਂ ਇਸ ਤਲਵਾਰ ਦੀ ਬੇਅਦਬੀ ਕੀਤੀ, ਇਹਦੀ ਪੂਜਾ ਨਾ ਕੀਤੀ, ਇਹਨੂੰ ਨਾ ਮੰਨਿਆ, ਕਿਦੋਂ ਪਾਏ ਲੈ ਕੋ ਗਰ ਮਾਹੀ, ਜਾਂ ਫਿਰ ਇਹਨੂੰ ਕੋਈ ਆਪਣੇ ਗਲ 'ਚ ਪਾ ਲਵੇਗਾ। ਇਹ ਕੇਵਲ ਪੂਜਣੀ ਹੈ। ਕਹਿੰਦੇ ਜੇ ਇਹਦੀ ਬੇਅਦਬੀ ਕੀਤੀ ਜਾਂ ਕਿਸੇ ਨੇ ਗਲ ਵਿੱਚ ਪਾ ਲਈ, ਬੰਸ ਰਾਜ ਤਿਸ ਦਿਨ ਤੇ ਛੀਨ, ਉਸੇ ਦਿਨ ਤੁਹਾਡੀ ਬੰਸ ਦਾ ਰਾਜ ਛੀਣ ਹੋ ਜਾਏਗਾ, ਖਤਮ ਹੋ ਜਾਵੇਗਾ। ਕਛ ਨ ਰਹਿ ਸਾਚ ਲਿਓ ਚੀਨ, ਕੁਝ ਨਹੀਂ ਰਹੇਗਾ ਰਾਜ ਭਾਗ ਤੁਹਾਡੀ ਬੰਸ ਵਿੱਚ। ਇਹ ਗੱਲ ਸੱਚ ਕਰਕੇ ਜਾਣ ਲੋ ਰਾਏ ਕੱਲਾ ਜੀ। ਸੁਨ ਕਰ ਦੋਨੋਂ ਹਾਥ ਪਸਾਰੇ, ਰਾਏ ਕੱਲੇ ਨੇ ਇਦਾਂ ਸੁਣ ਕੇ ਇੱਕਦਮ, ਉਹਨੂੰ ਤਾਂ ਰਾਜ ਹੀ ਮਿਲ ਰਿਹਾ ਸੀ, ਉਹਨੂੰ ਪੁਰਾਣਾ ਭੁੱਲ ਗਿਆ ਜਿਹੜਾ ਹੈ ਸੀ ਉਹਦੇ ਕੋਲ। ਉਹ ਵੇਖਦਾ ਵੀ ਹੁਣ ਕਲਗੀਧਰ ਪਾਤਸ਼ਾਹ ਕੋਲੋਂ ਰਾਜ ਮਿਲਣਾ ਇਸ ਕਿਰਪਾਨ ਦੇ ਰੂਪ ਵਿੱਚ। ਉਹਨੇ ਏਦਾਂ ਆਪਣੇ ਹੱਥ ਮਹਾਰਾਜ ਜੀ ਵੱਲ ਕੀਤੇ, ਸਤਿਗੁਰ ਕੇ ਹੋਏ ਨਿਕਟ ਅਗਾਰੇ, ਔਰ ਸਤਿਗੁਰੂ ਜੀ ਦੇ ਕੋਲ ਜਾ ਕੇ ਹੱਥ ਨੇੜੇ ਕੀਤੇ। ਪੀਜੈ ਸਤਿਗੁਰ ਪੂਜੈ ਸਦਾ, ਮਹਾਰਾਜ ਕਿਰਪਾ ਕਰੋ, ਬਖਸ਼ ਦਿਓ, ਮੈਂ ਇਹਦੀ ਸਦਾ ਪੂਜਾ ਕਰਾਂਗਾ, ਮੇਰੀ ਬੰਸ ਵੀ ਪੂਜਾ ਕਰੇਗੀ। ਨਹੀਂ ਅਵਗਿਆ ਕਰਹੁ ਕਦਾ, ਮੈਂ ਕਦੇ ਇਸ ਸ਼ਸਤਰ ਦੀ, ਇਸ ਕਿਰਪਾਨ ਦੀ ਅਵਗਿਆ ਨਹੀਂ ਕਰਾਂਗਾ। ਹਿਰਦੈ ਪ੍ਰਸੰਨ ਰਾਏ ਬਹੁ ਹੋਵਾ, ਰਾਏ ਕੱਲਾ ਜੀ ਬੜੇ ਪ੍ਰਸੰਨ ਹੋਏ। ਸੁੰਦਰ ਖੜਗ ਬਕੀਮਤ ਜੋਵਾ, ਬਾਦਸ਼ਾਹ ਦੀ ਬੜੀ ਕੀਮਤੀ ਤਲਵਾਰ ਸੀ, ਬੜੀ ਸੁੰਦਰ ਤਲਵਾਰ ਸੀ, ਉਹ ਰਾਏ ਕੱਲੇ ਨੂੰ ਬਖਸ਼ ਦਿੱਤੀ। ਰਾਜ ਤੇਜ ਅਰ ਬਸ ਉਦਾਰਾ, ਔਰ ਰਾਏ ਕੱਲੇ ਨੇ ਬੜੇ ਸਤਕਾਰ ਨਾਲ ਸੀਸ ਤੇ ਮੱਥਾ ਟੇਕਿਆ, ਤਲਵਾਰ ਨੂੰ ਸੀਸ ਤੇ ਰੱਖੀ, ਔਰ ਜਾਣਿਆ ਇਹ ਮੇਰੀ ਕੁੱਲ ਦਾ ਰਾਜ ਭਾਗ ਹੈ। ਆਇਓ ਰਾਖਨ ਹਾਰ ਹਮਾਰਾ, ਇਹ ਤਲਵਾਰ ਜਿਹੜੀ ਗੁਰੂ ਸਾਹਿਬ ਨੇ ਬਖਸ਼ੀ ਹੈ, ਇਹ ਮੇਰੇ ਰਾਜ ਤੇਜ ਨੂੰ ਰੱਖਣ ਵਾਲੀ ਹੈ। ਇਹ ਕੇਵਲ ਕਿਰਪਾਨ ਨਹੀਂ ਹੈ, ਇਹ ਮੇਰੇ ਗਏ ਹੋਏ ਰਾਜ ਨੂੰ ਮੋੜ ਕੇ ਲਿਆਉਣ ਵਾਲੀ ਹੈ।
ਹਾਂਜੀ। श्री गुर कदम पद्म समहेरे। ਸਤਿਗੁਰੂ ਜੀ ਦੇ ਸੋਹਣੇ ਚਰਨ ਕਮਲਾਂ ਨੂੰ ਰਾਏ ਕੱਲਾ ਜੀ ਨੇ ਵੇਖਿਆ। बार बार बंदह तिस बेरे। ਬਾਰ-ਬਾਰ ਸਤਿਗੁਰੂ ਜੀ ਦੇ ਚਰਨਾਂ ਤੇ ਰਾਏ ਕੱਲਾ ਜੀ ਨੇ ਬੰਦਨਾ ਕੀਤੀ, ਮੱਥਾ ਟੇਕਿਆ हाथ जोड़ कर खरो अगारी। ਔਰ ਹੱਥ ਜੋੜ ਕੇ ਸਤਿਗੁਰੂ ਜੀ ਦੇ ਸਾਨਮੁਖ ਖਲੋ ਗਏ। एहो आज्ञा होए सेव तुम्हारी। ਮਹਾਰਾਜ ਮੈਨੂੰ ਆਗਿਆ ਦਿਓ ਕਿ ਮੈਂ ਆਪ ਜੀ ਦੀ ਸੇਵਾ ਕਰਾਂ। श्री गुर कहियो गमन हम चाहे। ਪਾਤਸ਼ਾਹ ਕਹਿੰਦੇ ਰਾਏ ਕੱਲਾ ਜੀ ਤੁਸੀਂ ਜਾਓ, ਹੁਣ ਅਸੀਂ ਇੱਥੋਂ ਅੱਗੇ ਜਾਣਾ ਹੈ। तुम पी जाहो अपन घर माहे। ਤੁਸੀਂ ਵੀ ਆਪਣੇ ਘਰ ਜਾ ਕੇ ਆਰਾਮ ਕਰੋ। जंगल देश हमारे सिख। ਸਾਡੇ ਅੱਗੇ ਜੰਗਲ ਦੇਸ਼, ਕਿਉਂਕਿ ਮਾਲਵਾ ਨਹੀਂ ਸੀ ਉਦੋਂ ਕਿਹਾ ਜਾਂਦਾ। ਅੱਗੇ ਕਥਾ ਆਵੇਗੀ, ਮਾਲਵਾ ਤਾਂ ਸਤਿਗੁਰਾਂ ਬਣਾਇਆ, ਪਹਿਲਾਂ ਇਹਨੂੰ ਜੰਗਲ ਹੀ ਕਹਿੰਦੇ ਸੀ। ਪਹਿਲਾਂ ਹਿੰਦੁਸਤਾਨ ਵਿੱਚ ਜਿਹੜੀ ਮਾਲਵੇ ਦੀ ਧਰਤੀ ਸੀ ਉਹਨੂੰ ਉਜੈਨ ਨੂੰ ਮਾਲਵਾ ਕਹਿੰਦੇ ਸੀ। ਉਜੈਨ ਕਿਉਂਕਿ ਉੱਥੇ ਭਾਂਤ-ਭਾਂਤ ਦੀਆਂ ਫਸਲਾਂ, ਫਲ ਵਗੈਰਾ ਹੁੰਦੇ ਸੀ, ਉਹਨੂੰ ਮਾਲਵਾ ਕਿਹਾ ਜਾਂਦਾ ਸੀ। ਇਹ ਜੰਗਲ ਹੀ ਸੀ। ਇੱਥੇ ਕਰੀਰ, ਜੰਡ, ਪੀਲੂ ਇਹ ਬੂਟੇ ਹੁੰਦੇ, ਕਿਤੇ ਕਿਤੇ ਮੋਠ ਬਾਜਰਾ ਜਾਂ ਜਵਾਰ, ਮੱਕੀ ਇਹ ਫਸਲਾਂ ਹੁੰਦੀਆਂ। ਪਾਣੀ ਨਹੀਂ ਸੀ ਹੁੰਦਾ ਇੱਧਰ। ਕਲਗੀਧਰ ਪਾਤਸ਼ਾਹ ਨੇ ਇਹਨੂੰ ਮਾਲਵਾ ਬਣਾਇਆ। ਦਸਵੇਂ ਕਹਿੰਦੇ ਸਾਡਾ ਮਾਲਵਾ ਇਹ ਹੈ, ਉਹ ਉਜੈਨ ਵਾਲਾ ਨਹੀਂ ਕਹਿੰਦੇ ਆਹ ਸਾਡਾ ਮਾਲਵਾ ਹੈ। ਪਰ ਇੱਥੇ ਪਹਿਲਾਂ ਜੰਗਲ ਹੀ ਕਹਿੰਦੇ ਸੀ ਇਹਨੂੰ। ਪਾਤਸ਼ਾਹ ਕਹਿੰਦੇ ਅਸੀਂ ਅੱਗੇ ਜੰਗਲ ਦੇਸ਼ ਚੱਲੇ ਆ, ਸਾਡੇ ਬਹੁਤ ਸਾਰੇ ਸੇਵਕ ਤੇ ਸਿੱਖ ਇਸ ਜੰਗਲ ਦੇ ਦੇਸ਼ ਵਿੱਚ ਰਹਿੰਦੇ ਹਨ। ਤਹਾਂ ਬਿਤਾਵੈ ਸਮਾਂ ਭਵਿੱਖ। ਆਉਣ ਵਾਲੇ ਸਮੇਂ ਦਾ ਜਿਹੜਾ ਭਵਿੱਖ ਸਮਾਂ ਅਸੀਂ ਉੱਥੇ ਜੰਗਲ 'ਚ ਹੀ ਬਤੀਤ ਕਰਨਾ, ਯਾਨੀ ਕਿ ਮਾਲਵੇ ਵਿੱਚ। ਇੱਥੇ ਇੱਕ ਹੋਰ ਇਤਿਹਾਸਕ ਘਟਨਾ ਘਟੀ ਰਾਏਕੋਟ ਵਿਖੇ, ਜਿੱਥੇ ਗੁਰਦੁਆਰਾ ਟਾਹਲੀਆਣਾ ਸਾਹਿਬ ਹੈ, ਸੰਗਤਾਂ ਦਰਸ਼ਨ ਕਰਦੀਆਂ। ਇੱਥੇ ਜਦੋਂ ਸਤਿਗੁਰੂ ਉਤਰੇ ਨਾ ਪਲੰਗੇ ਤੇ ਉੱਚ ਦੇ ਪੀਰ ਬਣੇ ਬੈਠੇ ਤੇ ਕੁਝ ਗੁੱਜਰ ਫਿਰਦੇ ਸੀ ਉੱਥੇ, ਮੱਝਾਂ ਚਾਰਦੇ। ਮਹਾਰਾਜ ਜੀ ਨੇ ਆਖਿਆ ਬਈ ਦੁੱਧ ਚਾਹੀਦਾ, ਥੋੜਾ ਜਿਹਾ ਚੋ ਕੇ ਦੇ ਦਿਓ। ਉਹਨਾਂ ਨੇ ਨਾ ਟਿੱਚਰ ਕੀਤੀ, ਜਿਵੇਂ ਆਮ ਫਕੀਰਾਂ ਨੂੰ ਟਿੱਚਰ ਕਰ ਦਿੰਦੇ ਆ ਲੋਕ ਸਾਧੂਆਂ ਨੂੰ ਰਸਤੇ 'ਚ ਜਾਂਦੇ ਆ। ਤੇ ਕਹਿੰਦੇ ਜੀ ਉਹ ਪਿੱਛੇ ਗੱਭਰੂ ਆਉਂਦਾ, ਉਹਦੇ ਕੋਲ ਤਾਜੀ ਸੂਈ ਮਹੀਂ ਹੈ। ਸਾਡੀਆਂ ਤਾਂ ਜੀ ਇਹ ਤੋਕੜ ਨੇ, ਇਹ ਨਹੀਂ ਹੁਣ ਦੁੱਧ ਨਹੀਂ ਦਿੰਦੀਆਂ। ਉਹ ਪਿੱਛੇ ਤਾਜੀ ਸੂਈ ਮੱਝ ਹੈ ਉਹਦੇ ਕੋਲ, ਤੇ ਉਹ ਲਈ ਆਉਂਦਾ ਮਗਰੋਂ, ਉਹਦੇ ਕੋਲੋਂ ਲੈ ਲਿਓ। ਏਦਾਂ ਮਸ਼ਕਰੀ ਜੀ ਕਰਕੇ ਲੰਘ ਗਏ। ਪਿੱਛੋਂ ਜਿਹੜਾ ਗੱਭਰੂ ਨੌਜਵਾਨ ਆਉਂਦਾ ਸੀ, ਉਹਦੇ ਕੋਲ ਮਹੀਂ ਸੀ ਇੱਕ। ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹਨੂੰ ਸੱਦ ਕੇ ਆਵਾਜ਼ ਮਾਰੀ, ਕਹਿੰਦੇ ਵੀ ਸੱਜਣਾ ਵੀ ਮੱਝ ਦਾ ਦੁੱਧ ਚੋ ਕੇ ਦੇ ਸਾਨੂੰ। ਉਹ ਕਹਿੰਦਾ ਮਹਾਰਾਜ ਵੀ ਇਹ ਤਾਂ ਟੱਪੀ ਹੋਈ ਹੈ ਤੇ ਦੁੱਧ ਦਿੰਦੀ ਨਹੀਂ, ਵੀ ਔਸਰ ਝੋਟੀ ਹੈ, ਵੀ ਔਸਰ ਝੋਟੀ ਕੀ ਦੁੱਧ ਦੇਗੀ। ਮਹਾਰਾਜ ਕਲਗੀਧਰ ਪਾਤਸ਼ਾਹ ਕਹਿੰਦੇ ਦਏਗੀ ਵਾਹਿਗੁਰੂ ਕਹਿ ਕੇ ਬਹਿ ਜਾ। ਸਤਿਗੁਰੂ ਜੀ ਵੀ ਹੱਸ ਕੇ ਮੁਸਕਰਾ ਕੇ। ਪਾਤਸ਼ਾਹ ਦੇ ਹੱਥ ਵਿੱਚ ਇੱਕ ਗੜਵਾ ਸੀ, ਉਹਨੂੰ ਗੰਗਾ ਜਲ ਕਹਿੰਦੇ ਆ। ਉਹਦੇ 'ਚ ਕਈ ਛੇਕ, ਉਹ ਕਈ ਛੇਕਾਂ ਵਾਲਾ ਉਹ ਗੰਗਾ ਜਲ ਵੀ ਉਹਨੂੰ ਕਿਹਾ ਜਾਂਦਾ। ਉਹ ਮਹਾਰਾਜ ਉਹਨੇ ਪਹਿਲਾਂ ਵੇਖਿਆ ਵੀ ਇਹਦੇ 'ਚ ਕਈ ਛੇਕ ਨੇ ਤੇ ਇਹਦੇ ਵਿੱਚ ਦੁੱਧ ਕਿਵੇਂ ਰੁਕੇਗਾ। ਉਹਦੇ 'ਚ ਰੇਤ ਪਾਓ ਤੇ ਬਾਹਰ ਸਰਵ ਜਾਂਦੀ। ਪਰ ਵੇਖੋ ਗੁਰੂ ਸਾਹਿਬ ਦੀ ਕੋਈ ਖੇਡ ਹੈ, ਜਦੋਂ ਪਾਣੀ ਭਰੋ, ਦੁੱਧ ਭਰੋ ਤੇ ਉਹ ਪੂਰਾ ਉਦਾਂ ਹੀ ਲਬਾ ਲਬ ਰਹਿੰਦਾ, ਉਹ ਛੇਕਾਂ 'ਚੋਂ ਬਾਹਰ ਨਹੀਂ ਜਾਂਦਾ। ਗਰੀਬ ਨਵਾਜ ਪਾਤਸ਼ਾਹ ਨੇ ਆਖਿਆ ਇਹਦੇ 'ਚ ਚੋ। ਉਹ ਵੀ ਪਰਖ ਸੀ, ਵੀ ਵੇਖਦੇ ਆ ਵੀ ਭਰੋਸਾ ਕਰਦਾ। ਉਹ ਵੀ 7 ਵਚਨ ਕਹਿ ਕੇ ਨਾ ਵੀ ਮਹਾਂਪੁਰਸ਼ ਨੇ। ਔਸਰ ਝੋਟੀ ਦੇ ਥੱਲੇ ਹੀ ਬਹਿ ਗਿਆ ਚੋਣ ਵਾਸਤੇ, ਤੇ ਥਣਾ 'ਚ ਦੁੱਧ ਆ ਗਿਆ। ਤੇ ਉਹ ਭਾਂਡਾ ਜਿਹੜਾ ਸੀ ਗੰਗਾ ਜਲ ਭਰ ਕੇ ਦੁੱਧ ਦਾ ਸਤਿਗੁਰਾਂ ਅੱਗੇ ਭੇਟ ਕੀਤਾ। ਗਰੀਬ ਨਵਾਜ ਦਇਆਨੰਦ ਸਵਾਮੀ ਜੀ ਨੇ ਦੁੱਧ ਛਕਿਆ, ਔਰ ਉਹ ਜਿਹੜਾ ਬਰਤਨ ਸੀ ਉਹਨਾਂ ਨੂੰ ਹੀ ਬਖਸ਼ ਦਿੱਤਾ। ਮੁੜ ਕੇ ਉਹ ਰਾਏ ਕੱਲੇ ਦੇ ਪਰਿਵਾਰ 'ਚ ਰਿਹਾ। ਪਤਾ ਲੱਗਾ ਉਹ ਪਿੱਛੇ ਜੀ ਸੰਗਤਾਂ ਵਿੱਚ ਲਿਆਂਦਾ ਵੀ ਸੀ, ਸ਼ਾਇਦ ਇੰਗਲੈਂਡ ਤੋਂ ਕੋਈ ਗੁਰਸਿੱਖ ਲੈ ਕੇ ਆਏ ਸਨ ਉੱਥੋਂ, ਜਿਨ੍ਹਾਂ ਦੇ ਪਰਿਵਾਰ ਮੁਸਲਮਾਨ ਪਰਿਵਾਰ ਹੀ ਹੈ, ਉਹ ਦਰਸ਼ਨ ਕਰਾਉਂਦੇ ਆ। ਸੋ ਉਹ ਇਤਿਹਾਸਕ ਘਟਨਾ ਵੀ ਉੱਥੇ ਅੱਜ ਕੱਲ੍ਹ ਮਹਾਰਾਜ ਜੀ ਦਾ ਸਥਾਨ ਹੈ, ਗੁਰਦੁਆਰਾ ਟਾਹਲੀਆਣਾ ਸਾਹਿਬ ਰਾਏਕੋਟ। ਉੱਥੋਂ ਫਿਰ ਮਹਾਰਾਜ ਜੀ ਰਾਏ ਕੱਲੇ ਤੇ ਬਖਸ਼ਿਸ਼ਾਂ ਕਰਕੇ, ਕਿਰਪਾ ਕਰਕੇ ਕਹਿੰਦੇ ਰਾਏ ਜੀ ਹੁਣ ਅਸੀਂ ਅੱਗੇ ਜੰਗਲ ਦੇ ਇਲਾਕੇ ਨੂੰ ਚੱਲੇ ਆ, ਸਾਡੇ ਸਿੱਖ ਦੇ ਉਧਰ। ਉਹ ਆਉਣ ਵਾਲਾ ਜਿਹੜਾ ਸਾਡਾ ਭਵਿੱਖ ਦਾ ਸਮਾਂ ਹੈ
ਅਸੀਂ ਉਹਨਾਂ ਕੋਲ ਬਤੀਤ ਕਰਾਂਗੇ। ਅਬ ਸੇਵਾ ਕੀ ਚਾਹ ਨ ਕੋਈ। ਰਾਏ ਕੱਲਾ ਜੀ ਹੁਣ ਕੋਈ ਸੇਵਾ ਦੀ ਚਾਹਨਾ ਨਹੀਂ। ਇਹਨੇ ਕਿਹਾ ਨਾ ਮਹਾਰਾਜ ਕੋਈ ਸੇਵਾ ਦੱਸੋ ਕੀ ਕਰਾਂ। ਪਾਤਸ਼ਾਹ ਕਹਿੰਦੇ ਹੁਣ ਇਸ ਵਕਤ ਤੁਹਾਡੀ ਸੇਵਾ ਲੱਗ ਗਈ ਜਿਹੜੀ ਤੁਹਾਡੇ ਕੋਲੋਂ ਲੈਣੀ ਸੀ। ਨੂਰੇ ਮਾਈ ਨੂੰ ਭੇਜ ਕੇ ਤੁਸੀਂ ਖਬਰ ਮੰਗਾ ਦਿੱਤੀ ਹੈ, ਧੰਨਵਾਦ ਹੈ ਤੁਹਾਡਾ। ਹੋਰ ਕੋਈ ਸੇਵਾ ਦੀ ਹੁਣ ਲੋੜ ਨਹੀਂ। ਜਿਸ ਹਿਤ ਕਹੈ ਤੋਹੇ ਕੋ ਸੋਈ। ਇਹ ਕੋਈ ਹੁੰਦੀ ਸੇਵਾ ਤੇ ਅਸੀਂ ਤੁਹਾਨੂੰ ਕਹਿ ਦਿੰਦੇ। ਇਮ ਕਹਿ ਪਲੰਗ ਤਬੈ ਉਠਵਾਇਓ। ਇਦਾਂ ਕਹਿ ਕੇ ਪਲੰਗਾ ਮਹਾਰਾਜ ਜੀ ਨੇ ਚਕਾਇਆ। ਸੇਵਾਦਾਰ ਜਿਹੜੇ ਮਹਾਰਾਜ ਜੀ ਦੇ ਉੱਥੇ ਜਿਹੜੇ ਰਾਏ ਕੱਲੇ ਦੇ ਕੋਈ ਪਿੰਡ ਤੋਂ ਅਗਲੇ ਪਿੰਡ ਛੱਡ ਕੇ ਆਉਂਦੇ ਸੀ, ਲੰਮੇ ਨਗਰ ਦੇ ਜਿਹੜੇ ਸਿੱਖ ਸਨ ਉਹਨਾਂ ਨੇ ਪਲੰਗਾ ਚੁੱਕਿਆ ਤੇ ਅੱਗੇ ਚੱਲ ਪਏ। ਰਾਏ ਚਮੂ ਜੁੱਤ ਸੀਸ ਨਿਵਾਇਓ। ਰਾਏ ਕੱਲੇ ਨੇ ਆਪਣੀ ਫੌਜ ਸਮੇਤ ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ ਤੇ ਬਾਦ ਵਸੀਸ ਝੁਕਾਇਆ, ਮੱਥਾ ਟੇਕਿਆ। ਜੰਗਲ ਦਿਸ਼ਾ ਬਦਨ ਕਰ ਚਲੇ। ਔਰ ਕਲਗੀਧਰ ਜੀ ਨੇ ਮਾਲਵੇ ਵਾਲੇ ਦਰ ਜੰਗਲ ਦੇ ਇਲਾਕੇ ਵੱਲ ਮੁਖ ਕੀਤਾ ਤੇ ਚੱਲ ਪਏ। ਉੱਠਾ ਫਿਰੈ ਸੀਸ ਪਰ ਭਲੇ। ਭਾਈ ਦਇਆ ਸਿੰਘ ਦੇ ਹੱਥ ਵਿੱਚ ਉਹ ਮੋਰ ਦੇ ਖੰਭਾਂ ਦਾ ਮੁੱਠਾ ਹੈ। ਉਹ ਬੜੇ ਸੋਹਣੇ ਢੰਗ ਨਾਲ ਬਾਬਾ ਜੀ ਭਾਈ ਦਇਆ ਸਿੰਘ ਜੀ ਉਹ ਮਹਾਰਾਜ ਜੀ ਦੇ ਸੀਸ ਉੱਤੇ ਚਲਾਉਂਦੇ ਨੇ। ਗ੍ਰਾਮ ਏਕ ਪੁਨ ਪਹੁੰਚੇ ਜਾਏ। ਉੱਥੇ ਨੇੜੇ ਤੇੜੇ ਬਹੁਤ ਸਾਰੇ ਨਗਰ ਨੇ। ਕਈਆਂ ਦਾ ਇਤਿਹਾਸ ਵਿੱਚ ਇੱਥੇ ਗੁਰਪ੍ਰਤਾਪ ਦੇ ਜ਼ਿਕਰ ਨਹੀਂ ਆਇਆ, ਪਰ ਜਦੋਂ ਉਧਰ ਸਥਾਨਾਂ ਤੇ ਜਾਈਏ ਲੰਮੇ ਜੱਟਪੁਰੇ ਜਾਂ ਇੱਥੇ ਰਾਏਕੋਟ ਨੇੜੇ ਤੇੜੇ ਹੋਰ ਬਹੁਤ ਨਗਰਾਂ ਵਿੱਚ ਗੁਰੂ ਸਾਹਿਬ ਜੀ ਦੇ ਇਤਿਹਾਸਕ ਸਥਾਨ ਨੇ। ਅੱਗੇ ਜਾ ਕੇ ਇੱਕ ਨਗਰ ਵਿੱਚ ਉਤਰੇ। ਬੱਦਰੀ ਤਰ ਤਰ ਪਲੰਗ ਟਿਕਾਏ। ਇੱਕ ਉੱਥੇ ਬੇਰੀ ਦਾ ਬੂਟਾ ਸੀ, ਉਹਦੇ ਥੱਲੇ ਸਤਿਗੁਰੂ ਜੀ ਨੇ ਆਪਣਾ ਪਲੰਗ ਉਤਰਵਾਇਆ। ਕਰਿਓ ਸੁਚੇਤਾ ਥਿਰ ਕੁਛ ਭਏ। ਉੱਥੇ ਮਹਾਰਾਜ ਜੀ ਨੇ ਕੋਈ ਸਰੀਰ ਦੀ ਕਿਰਿਆ ਸੋਧੀ ਤੇ ਕੁਝ ਸਮੇਂ ਲਈ ਪਾਤਸ਼ਾਹ ਨੇ ਉੱਥੇ ਆਰਾਮ ਕੀਤਾ। ਬਾਹਰੋਂ ਆਗੇ ਚੱਲ ਪੋ ਕਏ। ਫਿਰ ਇੱਥੋਂ ਮਹਾਰਾਜ ਜੀ ਨੇ ਹੁਕਮ ਕੀਤਾ ਤੇ ਅੱਗੇ ਨੂੰ ਚੱਲ ਪਏ। ਸਨੇ ਸਨੇ ਮਾਰਗ ਉਲਗੰਤੇ। ਇਦਾਂ ਸਹਿਜੇ ਸਹਿਜੇ ਪਾਤਸ਼ਾਹ ਜੀ ਇਹ ਰਸਤਾ ਲੰਘਦੇ ਜਾ ਰਹੇ ਨੇ। ਜੰਗਲ ਦੇਸ਼ ਆਏ ਨਿਰੰਤੇ। ਔਰ ਅੱਗੇ ਆਉਂਦਿਆਂ ਜੰਗਲ ਦੇਸ਼ ਦਾ ਜਿਹੜਾ ਮਾਲਵੇ ਦਾ ਇਲਾਕਾ ਹੈ, ਇੱਥੋਂ ਅੱਗੇ ਰਾਏਕੋਟ ਤੋਂ ਅੱਗੇ ਲੰਘਦਿਆਂ ਜੰਗਲ ਦਾ ਇਲਾਕਾ ਯਾਨੀ ਕਿ ਦੀਨੇ ਕਾਂਗੜ ਵਾਲੇ ਪਾਸੇ ਨੂੰ ਮਹਾਰਾਜ ਜੀ ਵੱਧਦੇ ਆ ਰਹੇ ਨੇ। ਏਕ ਨਿਸ਼ਾ ਬਸ ਗਏ ਅਗਾਰੀ। ਇੱਕ ਰਾਤ ਰਹਿ ਕੇ ਸਤਿਗੁਰੂ ਜੀ ਇੱਥੋਂ ਅੱਗੇ ਹੋਰ ਵਧੇ। ਹਾਜੀ ਵੇਖ ਪਲੰਗੇ ਅਸਵਾਰੀ। ਹਾਜੀਆਂ ਦਾ ਹੀ ਵੇਖ ਹੈ, ਉੱਚ ਦੇ ਪੀਰ ਦਾ ਬਣਿਆ ਸਤਿਗੁਰੂ ਪਲੰਗੇ ਤੇ ਹੀ ਬੈਠੇ ਜਾ ਰਹੇ ਨੇ। ਸਨਮੁਖ ਸਿੰਘ ਮਿਲਿਓ ਇੱਕ ਆਏ। ਤੇ ਅੱਗੇ ਮਹਾਰਾਜ ਜੀ ਨੂੰ ਇੱਕ ਗੁਰੂ ਕਾ ਸਿੱਖ ਸਨਮੁਖ ਸਿੰਘ ਮਿਲਿਆ। ਸ਼੍ਰੀ ਗੁਰ ਦੇਖੇ ਸੀਸ ਨਿਵਾਏ। ਉਹਨੇ ਪਛਾਣਿਆ ਵੀ ਇਹ ਤਾਂ ਕਲਗੀਧਰ ਜੀ ਨੇ। ਬੜੇ ਅਦਬ ਨਾਲ ਬੜੇ ਸਤਿਕਾਰ ਨਾਲ ਉਸ ਸਿੱਖ ਨੇ ਮਹਾਰਾਜ ਜੀ ਨੂੰ ਮੱਥਾ ਟੇਕਿਆ। ਪਰਿਓ ਜ਼ੀਨ ਜਿਸ ਪਾਸ ਤੁਰੰਗਾ। ਇਹ ਗੁਰੂ ਖਾਲਸਾ ਜੀ ਇਹਦੇ ਪਾਸ ਇੱਕ ਘੋੜਾ ਸੀ, ਉਹਦੇ ਤੇ ਬੜੀ ਸੋਹਣੀ ਕਾਠੀ ਪਾਈ ਹੋਈ ਸਿੰਘ ਨੇ। ਇਤਿਹਾਸਕਾਰ ਲਿਖਦੇ ਆ ਵੀ ਭਾਈ ਮਨੀ ਸਿੰਘ ਸਾਹਿਬ ਜੀ ਦੇ ਪਰਿਵਾਰ ਵਿੱਚੋਂ ਇਹ ਸਿੰਘ ਸੀ। ਇਹ ਘੋੜਾ ਲੈ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਭਾਈ ਨਗਾਈਆ ਜੀ ਇਹਨਾਂ ਦਾ ਨਾਂ ਆਉਂਦਾ ਇਤਿਹਾਸ ਵਿੱਚ। ਤੇ ਇਹਨਾਂ ਦੇ ਕੋਲ ਬੜਾ ਸੋਹਣਾ ਘੋੜਾ ਬਲੀ ਤੇ ਦੇਵਨੇਤ ਲਿਆਏ ਵੀ ਸਤਿਗੁਰਾਂ ਵਾਸਤੇ ਤੇ ਲੱਭਦੇ ਫਿਰਦੇ ਸੀ ਕਲਗੀਧਰ ਜੀ। ਤੇ ਸਤਿਗੁਰੂ ਜੀ ਨੂੰ ਵੀ ਘੋੜੇ ਦੀ ਜ਼ਰੂਰਤ ਸੀ। ਰਾਏ ਕੱਲੇ ਕੋਲੋਂ ਵੀ ਲੈ ਸਕਦੇ ਸੀ ਘੋੜਾ, ਪਰ ਪਾਤਸ਼ਾਹ ਨੂੰ ਪਤਾ ਸੀ ਵੀ ਅੱਗੇ ਸਿੰਘ ਆਉਂਦਾ ਲੈ ਕੇ। ਤੋ ਭਾਈ ਨਗਾਈਆ ਜੀ ਉਹ ਬੜਾ ਸੋਹਣਾ ਸੁਨੱਖਾ ਘੋੜਾ ਉੱਤੇ ਕਾਠੀ ਪਾਈ ਹੋਈ, ਜਿਹੋ ਜਿਹੇ ਘੋੜਿਆਂ ਤੇ ਸਾਹਿਬ ਸਵਾਰ ਹੁੰਦੇ ਸੀ ਨਾ ਉਦਾਂ ਦਾ ਹੀ ਘੋੜਾ ਸੀ, ਬੜਾ ਕੀਮਤੀ। ਉਹ ਲੈ ਕੇ ਹਾਜ਼ਰ ਹੋਇਆ। ਦੀਰਘ ਚਾਲ ਚਪਲ ਬਲ ਸੰਗਾ। ਬੜੀ ਦੀਰਘ ਚਾਲ ਚੱਲਣ ਵਾਲਾ ਘੋੜਾ ਸੀ ਉਹ, ਤੇ ਉਹਦੀ ਚਾਲ ਬੜੀ ਚੰਚਲ ਹੈ, ਪੈਰ ਉਹਦੇ ਬੜੇ ਥਿਰਕਦੇ ਨੇ ਜ਼ਮੀਨ ਤੇ। ਅਰਪਣ ਕਰਿਓ ਹੱਥ ਜੁਗ ਜੋਰੇ। ਦੋਵੇਂ ਹੱਥ ਜੋੜ ਕੇ ਉਹਨੇ ਇਹ ਘੋੜਾ ਸਤਿਗੁਰੂ ਜੀ ਨੂੰ ਅਰਪਣ ਕੀਤਾ। ਮਹਾਰਾਜ ਘੋੜਿਆਂ ਦੇ ਸ਼ਾਹ ਸਵਾਰ ਜੀ, ਆਪ ਜੀ ਆਪਣੇ ਇਸ ਘੋੜੇ ਤੇ ਸਵਾਰ ਹੋਵੋ। ਉਹ ਫੱਤੇ ਵਰਗਿਆਂ ਦੇ ਭਾਗਾਂ 'ਚ ਨਹੀਂ ਸੀ, ਉਹ ਬੇਮੁਖ ਹੋ ਕੇ ਹੀ ਮਰ ਗਏ। ਨਾ ਉਹ ਘੋੜੀ ਰਹੀ ਨਾ ਆਪ ਰਿਹਾ, ਪਰ ਜਿਹਨਾਂ ਸੇਵਾ ਕਰਨੀ ਸੀ ਭਾਈ ਨਗਾਈਆ ਜੀ ਵਰਗੇ ਗੁਰਸਿੱਖ। ਮਹਾਰਾਜ ਹੇ ਨੀਲਿਆਂ ਦੇ ਸ਼ਾਹ ਸਵਾਰ ਜੀ, ਇਹ ਘੋੜਾ ਅੰਗੀਕਾਰ ਕਰੋ। ਸ਼੍ਰੀ ਪ੍ਰਭ ਤਬ ਅਰੋਹ ਕਰ ਘੋਰੇ। ਮਹਾਰਾਜ ਜੀ ਨੇ ਪਲਗਾ ਛੱਡਿਆ,
ਤੇ ਆਪਣੇ ਸਰੂਪ ਵਿੱਚ ਆਏ ਔਰ ਉਸ ਘੋੜੇ ਤੇ ਸਵਾਰ ਹੋਏ। ਹਾਂਜੀ, दीना ग्राम निकट जब आयो। ਘੋੜੇ ਤੇ ਸਵਾਰ ਹੋਏ ਤੇ ਘੋੜਾ ਕਹੇ ਵੀ ਮੇਰੇ ਤਾਂ ਭਾਗ ਸਵੱਲੇ, ਉਹ ਆਖੇ ਵੀ ਮੈਂ ਤਾਂ ਆਇਆ ਹੀ ਸ਼ਾਇਦ ਇਸੇ ਕਰਕੇ ਆ, ਮੇਰੀ ਜ਼ਿੰਦਗੀ ਸਫਲ ਹੋ ਗਈ ਹੈ। ਜਿਹਨੂੰ ਗੁਰੂ ਸਾਹਿਬ ਦੀ ਛੂਹ ਪ੍ਰਾਪਤ ਹੋਵੇ ਉਹਨੇ ਵੀ ਤਾਂ ਪਵਿੱਤਰ ਹੋ ਜਾਣਾ ਸੀ, ਉਹਦੇ ਅੰਦਰ ਵੀ ਤਾਂ ਕਲਾ ਵਰਤਣੀ ਸੀ। ਕਹਿੰਦੇ ਉਹ ਘੋੜਾ ਹਵਾ ਹੀ ਹੋ ਗਿਆ ਮਹਾਰਾਜ ਜੀ ਨੂੰ ਲੈ ਕੇ, ਤੇ ਚਲਦਿਆਂ ਚਲਦਿਆਂ ਦੀਨੇ ਪਿੰਡ ਦੇ ਨੇੜੇ ਪਹੁੰਚੇ। पुर कांगड़ ते निकस बसायो। ਕਾਂਗੜ ਨਗਰ ਦੇ ਨੇੜੇ ਹੀ ਇਹ ਦੀਨਾ ਪਿੰਡ, ਵੈਸੇ ਦੀਨਾ ਕਾਂਗੜ ਇਕੱਠਾ ਕਹਿ ਦਿੰਦੇ ਆ, ਨੇੜੇ ਨੇੜੇ ਦੋ ਪਿੰਡ ਨੇ। ਪੁਰਾਣਾ ਨਾਂ ਕਾਂਗੜ ਸੀ। ਜਦੋਂ ਜੋਧ ਰਾਏ ਇੱਥੇ ਰਹਿੰਦਾ ਸੀ ਨਾ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਆਏ 6ਵੇਂ ਪਾਤਸ਼ਾਹ ਇੱਥੇ, ਤੇ ਜੋਧ ਰਾਏ ਨੇ ਬੜੀ ਸੇਵਾ ਕੀਤੀ। ਜਿਹੜਾ ਜੰਗ ਹੋਇਆ ਉਹਦੇ 'ਚ ਵੀ ਮਦਦ ਕੀਤੀ, ਮਹਾਰਾਜ ਕੇ ਦੇ ਜੰਗ ਵਿੱਚ। ਬਾਅਦ ਵਿੱਚ ਉਹਦੇ ਨੇੜੇ ਇੱਕ ਨਗਰ ਵਸਿਆ ਸੀ ਦੀਨਾ, ਜੋ ਕਾਂਗੜ ਦੇ ਨੇੜੇ ਹੈ। श्री सतगुर हर गोबिंद संग। ਧੰਨ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਜੀ मिलियो जोध सिख भासर बंग। ਇੱਥੋਂ ਕਾਂਗੜ ਨਗਰ ਦਾ ਹੀ ਉਹ ਸਿੱਖ ਸੀ ਜੋਧ ਰਾਏ। ਇੰਨਾ ਪਿਆਰਾ ਸਿੱਖ ਸੀ ਸਤਿਗੁਰਾਂ ਦਾ। ਵੇਖੋ ਉਹਦੀ ਵੀ ਕਿੰਨੀ ਦਲੇਰੀ ਹੋਵੇਗੀ ਜੋਧ ਰਾਏ ਦੀ, ਅੱਗੋਂ ਉਹਦੀ ਵੰਸ਼ ਹੈ, ਉਹਨਾਂ ਦੀ ਕਿੰਨੀ ਦਲੇਰੀ ਹੈ। ਪਿਤਾ ਪੁਰਖੀ ਕਿ 6ਵੇਂ ਪਾਤਸ਼ਾਹ ਦੀ ਟੱਕਰ ਸੀ ਬਾਦਸ਼ਾਹ ਨਾਲ, ਸ਼ਾਹਜਹਾਨ ਨਾਲ, ਉਹਦੀਆਂ ਫੌਜਾਂ ਨਾਲ ਲੜਾਈ ਸੀ। ਹੁਣ ਕਲਗੀਧਰ ਜੀ ਦਾ ਵੀ ਜੰਗ ਹੈ ਔਰੰਗੇ ਨਾਲ। 6ਵੇਂ ਪਾਤਸ਼ਾਹ ਵੀ ਉਦੋਂ ਆਏ ਸਨ, ਪਰ ਜੋਧ ਰਾਏ ਨੇ ਕਦੇ ਮਾਥੇ ਤੇ ਵੱਟ ਨਹੀਂ ਪਾਇਆ। ਉਹਨੇ ਆਖਿਆ ਮਹਾਰਾਜ ਜਿੰਨੀ ਕੁ ਫੌਜ ਮੇਰੇ ਨਾਲ ਆਇਆ, ਤੁਹਾਡੇ ਨਾਲ ਰਲ ਕੇ ਦੁਸ਼ਮਣਾਂ ਦਾ ਮੁਕਾਬਲਾ ਕਰਾਂਗੇ। ਔਰ ਜੋਧ ਰਾਏ ਨੇ ਬੜੇ ਪਿਆਰ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸੇਵਾ ਟਹਿਲ ਕੀਤੀ ਕਾਂਗੜ ਨਗਰ ਵਿੱਚ। ਉੱਥੇ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਅਸਥਾਨ ਹਨ। ਨੇੜੇ ਤੇੜੇ ਹੋਰ ਵੀ ਬਹੁਤ ਅਸਥਾਨ ਨੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ, ਕਲਗੀਆਂ ਵਾਲੇ ਪਾਤਸ਼ਾਹ ਦੇ। ਜੋਧ ਰਾਏ ਦੀ ਘਰਵਾਲੀ ਵੀ ਇਤਨੀ ਸਿਆਣੀ ਤੇ ਸੂਝਵਾਨ ਸੀ। ਇਤਿਹਾਸ ਵਿੱਚ ਇਹ ਵੀ ਜ਼ਿਕਰ ਆਉਂਦਾ ਕਿ ਪਤਾ ਲਾਣਾ ਸੀ ਵੀ ਸਿਆਲਾਂ ਦੇ ਦਿਨ ਸਨ ਕਿ ਦੁਸ਼ਮਣ ਦੀ ਫੌਜ ਕਿੰਨੀ ਕੁ ਦੂਰ ਹੈ। ਤੇ ਜੋਧ ਰਾਏ ਦੀ ਘਰਵਾਲੀ ਨੇ ਇੱਕ ਥਾਲ ਲਿਆ, ਕਹਿੰਦੀ ਜੀ ਮੈਂ ਦੱਸ ਸਕਦੀ ਆ ਵੀ ਇਸ ਵੇਲੇ ਫੌਜ ਦੁਸ਼ਮਣ ਦੀ ਇੱਥੋਂ ਕਿੰਨੀ ਦੂਰ ਤੇ ਕਦੋਂ ਤੱਕ ਪਹੁੰਚ ਜਾਣਗੇ। ਉਹਨੇ ਇੱਕ ਥਾਲ ਲੈ ਕੇ ਜ਼ਮੀਨ ਤੇ ਰੱਖਿਆ, ਬਾਹਰ ਵਿਹੜੇ ਚ ਆ ਕੇ ਖਾਲੀ ਥਾਂ, ਉਹਦੇ ਚ ਮੋਤੀ ਪਾਏ, ਮੋਤੀ ਪਾ ਕੇ ਥਾਲ ਚ ਰੱਖ ਦਿੱਤੀ। ਤੇ ਜਿਸ ਵੇਲੇ, ਕਿਉਂਕਿ ਰਾਤ ਨੂੰ ਆਈ ਸੀ ਦੁਸ਼ਮਣ ਦੀ ਫੌਜ, ਉਹ ਮੋਤੀਆਂ ਦੀ ਥੜਖੜਾਹਟ ਸੁਣ ਕੇ ਵੇਖ ਕੇ ਉਹਨੇ ਕਹਿ ਦਿੱਤਾ ਵੀ ਇੰਨੀ ਦੂਰ ਤੇ ਇਸ ਵੇਲੇ ਦੁਸ਼ਮਣਾਂ ਦੀ ਫੌਜ ਆ ਗਈ ਆ, ਮਹਾਰਾਜ ਆਪ ਜੀ ਤਿਆਰੀ ਕਰ ਲਓ। ਜੋਧ ਰਾਏ ਦੀ ਘਰਵਾਲੀ ਵੀ, ਕਿਉਂਕਿ ਉਹਨੇ ਹੀ ਭਾਈ ਜੋਧ ਰਾਏ ਨੂੰ ਗੁਰੂ ਕੀ ਸਿੱਖੀ ਦੀ ਚਿਣਗ ਲਾਈ ਸੀ। ਉਹ ਸਿੱਖ ਦੀ ਬੱਚੀ ਸੀ ਜੋਧ ਰਾਏ ਦੀ ਜਿਹੜੀ ਘਰਵਾਲੀ ਸੀ, ਤੇ ਗੁਰੂ ਸਾਹਿਬ ਜੀ ਦਾ ਸੇਵਕ ਪਰਿਵਾਰ ਹੈ। ਤੇ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਸੀ ਜੋਧ ਰਾਏ ਇੱਕ ਵਾਰ ਫੇਰ ਆਵਾਂਗੇ ਤੁਹਾਡੇ ਘਰ, ਇਸ਼ਾਰਾ ਸੀ। ਹੁਣ ਉਹ 10ਵੇਂ ਜਾਮੇ ਚ ਬਚਨ ਪੂਰੇ ਹੋ ਰਹੇ ਨੇ। ਦੀਨੇ ਕਾਂਗੜ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਜਿਵੇਂ ਉਤਾਰਾ ਕਰ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਗੁਰੂ ਪਾਤਸ਼ਾਹ ਦੇ ਇਤਿਹਾਸ ਦੀ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 वाहेगुरु 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 ਵਾਹਿਗੁਰੂ 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 वाहेगुरु 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 ਵਾਹਿਗੁਰੂ 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 हे अच्युत हे पार ब्रह्म हे
पुरन है सर्ब में, पंजन गुण दास हे संगी हे निरंकार, हे निर्गुण सब टेक हे गोविंद हे गुण निधान, राखे सदा विवेक हे परम्पर हर हरे, है पी होवन हार संत कै सदा संग, निधारा आधार ठाकुर हो दासरो, मैं निर्गुण गुण नहीं कोई नानक दीज नाम दान, राख ही परोए आए प्रभ शरणागति, कृपा निध दयाल एक अखर हर मन बस्त, नानक होत निहाल गुरु नाम जहाज है, चढ़े सो उतरे पार जो शरदा कर से बंदे, गुर पार उतारन हार गुरु नाम जहाज है, चढ़े सो उतरे पार जो शरदा कर से बंदे, गुर पार उतारन हार वाहे गुरु जी का खालसा, वाहे गुरु जी की फतेह।